ਸੁਖਦ ਸਤ ਸਰੂਪ ਅਨੂਪ ਸਿੱਖਨ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ ਅਮਰਦਾਸ ਸ੍ਰੀ ਗੁਰ ਸੁਖਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਬਾਅਦ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਮਹਾਨ ਪਾਵਨ ਪਵਿੱਤਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਛੰਦਾਬੰਦੀ ਵਿੱਚ ਸੋਹਣੀ ਕਾਵਿ ਰਚਨਾ ਵਿੱਚ ਲਿਖਿਆ ਹੈ, ਉਹ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਕੇ ਆਪਾਂ ਲਾਹੇ ਹਾਸਲ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਸਰਵਣ ਕਰਕੇ ਲਾਹਾ ਲੈਣ ਲਈ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਬੈਠ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਕਾਲੂ ਜੀ ਦੇ ਸੁਭਾਅ ਨੂੰ ਜਾਣਦਿਆਂ ਹੋਇਆਂ ਜੋ 20 ਰੁਪਈਆਂ ਦਾ ਰਸ ਪਾਣੀ ਲਿਆ ਕੇ ਸਾਧੂਆਂ ਨੂੰ ਦੇਖ ਕੇ ਨਗਰ ਤੋਂ ਬਾਹਰ ਹੀ ਆਪ ਜੀ ਪਾਣੀ ਤੋਂ ਰਹੇ ਤੇ ਸੁੱਕਾ ਤਲਾਅ ਸੀ, ਉਹਦੇ ਵਿੱਚ ਹੀ ਬੈਠ ਗਏ। ਭਾਈ ਬਾਲਾ ਜੀ ਆਪਣੇ ਘਰ ਪਰਤ ਗਏ ਸਨ। ਕਾਲੂ ਜੀ ਨੂੰ ਜਿਸ ਪਤਾ ਚੱਲਿਆ ਹੈ, ਭਾਈ ਬਾਲਾ ਜੀ ਨੂੰ ਬੁਲਾਇਆ ਹੈ, ਉਸ ਪੜਤਾਲ ਕਰ ਦਿੱਤੀ ਜਿਹੜੇ 20 ਰੁਪਈਏ ਤੈਨੂੰ ਦਿੱਤੇ ਸੀ ਉਹ ਕਿੱਥੇ ਹੈ। ਗੁਰੂ ਨਾਨਕ ਸਾਹਿਬ ਮੇਰੇ ਸਪੁੱਤਰ ਕਿੱਥੇ ਹੈ, ਉਹਨਾਂ ਨੂੰ ਕਿੱਥੇ ਛੱਡ ਆਇਆ। ਇਸ ਨੇ ਸੱਚੋ ਸੱਚ ਕਹਿ ਸੁਣਾਇਆ ਹੈ। ਸੁਣ ਕੇ ਇਹ ਅੱਗ ਬਬੋਲਾ ਹੋ ਗਿਆ, ਕ੍ਰੋਧ ਵਿੱਚ ਆ ਗਿਆ ਹੈ। ਭਾਈ ਬਾਲਾ ਜੀ ਨੂੰ ਵੀ ਬਹੁਤ ਕੁਛ ਉਲਟ ਪੁਲਟ ਬੋਲਿਆ ਚੱਲਿਆ ਹੈ, ਗੁੱਸੇ ਵਿੱਚ ਭਰਿਆ ਹੋਇਆ। ਜਿੱਥੇ ਸੁਣਿਆ ਉਧਰ ਚਲਿਆ ਗਿਆ ਹੈ। ਤਿਰਪਤਾ ਜੀ ਨੂੰ ਜਿਸ ਵੇਲੇ ਪਤਾ ਚੱਲਿਆ ਹੈ, ਫਿਰ ਆਪਣੀ ਸਪੁੱਤਰੀ ਨੂੰ ਮਗਰ ਭੇਜਿਆ, ਹੋਰ ਦਾਸੀਆਂ ਨੂੰ ਭੇਜ ਦਿੱਤਾ ਹੈ। ਇਹਦਾ ਸੁਭਾਅ ਐਸਾ ਹੈ, ਕੁਰਖਤ ਹੈ, ਕ੍ਰੋਧੀ ਹੈ, ਕੁਛ ਐਸਾ ਨਾ ਕੁਛ ਕਰੇ। ਇਸ ਤਰ੍ਹਾਂ ਮਾਤਾ ਜੀ ਨੇ ਵੀ ਆਪਣੇ ਵੱਲੋਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾ ਐਸਾ ਕੁਛ ਹੋਵੇ। ਪਰ ਇਹਦੇ ਉੱਪਰ ਹੁਣ ਮਾਇਆ ਦਾ ਪਰਦਾ ਪਾਇਆ, ਅਗਿਆਨ ਪਾਇਆ ਹੋਇਆ ਹੈ। ਅਗਿਆਨੀ ਪੁਰਸ਼ ਭਾਵੇਂ ਉਹਦੇ ਘਰੇ ਰੱਬ ਵੀ ਆ ਜਾਏ, ਉਹ ਅਗਿਆਨਪੁਣਾ ਮੂਰਖਪੁਣਾ ਫਿਰ ਕਰਦਾ ਹੀ ਹੁੰਦਾ ਹੈ। ਉਸ ਤਰ੍ਹਾਂ ਸਾਰਾ ਕੁਛ ਇਹਨੇ ਕਰਿਆ। ਗੁਰੂ ਮਹਾਰਾਜ ਦੇ 2 ਥੱਪੜ ਵੀ ਮਾਰ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਦੀਆਂ ਸੰਸਾਰ ਰੀਤੀ ਨੂੰ ਪੂਰੀਆਂ ਕਰਦਿਆਂ ਵੀ ਜੋ ਪਿਓ ਬਿਨਾਂ ਕਸੂਰ ਤੋਂ ਵੀ ਐਸਾ ਕੁਛ ਕਰੇ ਕਰਾਏ। ਗੁੱਸਾ ਨਹੀਂ ਮਨਾਉਣਾ ਹੈ। ਉਹ ਇਸ ਤਰ੍ਹਾਂ ਜਿਵੇਂ ਕੋਈ ਬੱਚੇ ਰੋਂਦੇ ਹੁੰਦੇ, ਉਸ ਤਰ੍ਹਾਂ ਦੇ ਹੀ ਗੁਰੂ ਮਹਾਰਾਜ ਅੱਖਾਂ ਵਿੱਚੋਂ ਅਥਰੂ ਜਿਹੇ ਗਿਰਨ ਲੱਗ ਪਏ, ਡੁਸਕਾਰੇ ਮਾਰਨ ਲੱਗ ਪਏ ਹਨ। ਇਹਨਾਂ ਨੂੰ ਸਪੁੱਤਰੀ ਆ ਗਈ, ਉਹਨਾਂ ਨੇ ਹੱਥ ਫੜ ਲਿਆ ਹੈ। ਕਹਿਣ ਲੱਗੇ, ਪਿਤਾ ਜੀ ਕੀ ਕਰ ਰਹੇ ਹੋ, ਤੁਹਾਨੂੰ ਐਸਾ ਯੋਗ ਨਹੀਂ ਹੈ। ਇਸ ਤਰ੍ਹਾਂ ਇੱਧਰ ਰਾਏ ਬੁਲਾਰ ਨੂੰ ਕਿਸੇ ਨੂੰ ਜਾ ਕੇ ਦੱਸ ਦਿੱਤਾ ਵੀ ਉਹ ਐਸਾ ਕਰ ਰਿਹਾ ਕਾਲੂ ਆਪਣੇ ਸੁਭਾਅ ਮੁਤਾਬਕ। ਉਹਨੇ ਬੁਲਾ ਕੇ ਫਿਰ ਇਹਨੂੰ ਬਹੁਤ ਤਕੜਾ ਝਿੜਕਿਆ ਹੈ ਵੀ ਤੈਨੂੰ ਕਿੰਨੀ ਵਾਰੀ ਕਿਹਾ ਹੈ, ਸਮਝਾਇਆ ਹੋਇਆ, ਤੂੰ ਸਮਝਦਾ ਹੀ ਨਹੀਂ। ਕਿਹੋ ਜਿਹਾ ਤੇਰਾ ਪੱਥਰ ਦਿਲ ਹੈ, ਕਿਹੋ ਜਿਹਾ ਤੂੰ ਨਸ਼ਰਦ ਵਿਗਿਆਨੀ ਹੈ, ਤੇਰੇ ਤੇ ਕੋਈ ਅਸਰ ਹੀ ਨਹੀਂ ਹੁੰਦਾ ਹੈ। ਸੋ 20 ਰੁਪਈਆਂ ਪਿੱਛੇ ਤੂੰ ਕਿਵੇਂ ਆ ਰਗੜਾ ਝਗੜਾ ਕੀਤਾ, ਲੈ ਮੈਥੋਂ ਲੈ ਲਾ। ਹੋਰ ਵੀ ਜਿਹੜਾ ਕੋਈ ਇਹਨਾਂ ਦਾ ਖਰਚ ਹੋਵੇ ਉਹ ਤੂੰ ਗਿਣ ਮਿਣ ਕੇ ਮੇਰੇ ਕੋਲੋਂ ਲੈ ਲਿਆ ਕਰ, ਪਰ ਇਹਨਾਂ ਨੂੰ ਨਾ ਕਿਹਾ ਕੁਛ। ਪਰ ਇਹ ਆਪਣੇ ਸੁਭਾਅ ਮੁਤਾਬਕ ਕਹਿੰਦਾ ਵੀ ਤੁਸੀਂ ਇਹਦਾ ਪੱਖ ਕਰ ਰਹੇ ਹੋ। ਦੇਖੋ 20 ਰੁਪਈਏ ਇਹਨਾਂ ਨੂੰ ਦਿੱਤੇ ਸੀ, ਇਹ ਸਾਧੂ ਸੰਤਾਂ ਨੂੰ, ਇਹ ਖੁਆਏ ਪਿਲਣਾ ਨੂੰ, ਇਹ ਕੋਈ ਚੰਗਾ ਖਰਾ ਸੌਦਾ ਥੋੜ੍ਹਾ ਹੈ। ਕਹਿਣ ਲੱਗਿਆ ਇਹ ਤਾਂ ਤੈਨੂੰ ਲੱਗਦਾ, ਇਹਨਾਂ ਲਈ ਤਾਂ ਹੈ ਅਸਲੀ ਖਰਾ ਸੌਦਾ ਤਾਂ ਇਹੀ ਹੈ। ਬਾਕੀ ਤਾਂ ਧੰਦ ਪਿੱਟਣਾ ਹੈ, ਜਿੰਨਾ ਮਰਜ਼ੀ ਪਿੱਟ ਲੈ। ਸੋ ਲਾਭਦਾਈ ਸੌਦਾ ਤਾਂ ਇਹੀ ਹੈ ਵੀ ਉਹਨੂੰ
ਧਰਮ ਦੇ ਅਰਥ ਮਾਇਆ ਨੂੰ ਖਰਚਣਾ, ਪੁੰਨਦਾਨ ਕਰਨਾ। ਇਸ ਤਰ੍ਹਾਂ ਰਾਏ ਬੁਲਾਰ ਨੇ ਜਿਵੇਂ ਸ਼ਰਧਾ ਭਰੇ ਬਚਨ ਕਹੇ, ਫਿਰ ਸਤਿਗੁਰੂ ਸਾਹਿਬ ਜੀ ਨੂੰ ਵੀ ਆਪਣੇ ਕੋਲ ਬੁਲਾ ਕੇ ਜੱਫੀ ਵਿੱਚ ਲਿਆ, ਲਾਡ ਲਲਾਇਆ ਹੈ ਤੇ ਖਿਆਲ ਕਰ ਲਿਆ ਵੀ ਇਹਨਾਂ ਦਾ ਜਿਹੜਾ ਨਿਰਾਦਰ ਹੋ ਰਿਹਾ ਹੈ, ਬਹੁਤ ਵੱਡਾ ਮੇਰੇ ਨਗਰ ਵਿੱਚ ਗੁਨਾਹ ਹੋ ਰਿਹਾ, ਪਾਪ ਹੋ ਰਿਹਾ ਹੈ। ਇਹਦੇ ਵਿੱਚ ਮੈਂ ਵੀ ਭਾਈਵਾਲ ਹਾਂ, ਇਹਦੇ ਵਿੱਚ ਮੈਨੂੰ ਵੀ ਹਿੱਸਾ ਮਿਲੇਗਾ, ਮੈਂ ਵੀ ਦੁੱਖ ਭੋਗਾਂਗਾ। ਜਿਸ ਕਰਕੇ ਪੈਰ ਡਰ ਕੇ ਮਹਾਰਾਜ ਨੂੰ ਮੱਥੇ ਟੇਕ ਰਿਹਾ ਹੈ। ਸੋ ਇਸ ਤਰ੍ਹਾਂ ਸਾਰਾ ਜਿਹੜਾ ਪ੍ਰਸੰਗ ਕੱਲ੍ਹ ਆਪਾਂ ਵਿਸਥਾਰ ਨਾਲ ਸੁਣੀ ਲਿਆ। ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਪਰ ਅੰਮ੍ਰਿਤ ਦੀ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਅਮਰਦਾਸ ਸ੍ਰੀ ਗੁਰ ਸੁਖਦ। ਕਵੀ ਸੰਤੋਖ ਸਿੰਘ ਜੀ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਉਹ ਕੈਸੇ ਹਨ। ਸੋਭਾ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਖਾਂ ਦੇ ਦਾਤੇ ਹਨ। ਸਤ ਸਰੂਪ ਅਨੂਪ। ਜਿਹੜਾ ਸਤ ਸਰੂਪ ਹਨ, ਜਿਹੜਾ ਸੱਚ ਸਰੂਪ ਆਦਿ ਸੱਚ ਜੁਗਾਦ ਸੱਚ ਨਾਨਕ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਉਹ ਸਤ ਸਰੂਪ ਹਨ ਤੇ ਅਨੂਪਮ ਹਨ, ਉਪਮਾ ਤੋਂ ਰਹਿਤ ਹਨ ਆਪ ਜੀ। ਸਿੱਖਨ ਕੇ ਮਨ ਗਿਆਨ ਦਾ। ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦੇ ਮਨਾਂ ਵਿੱਚ ਗਿਆਨ ਦੇ ਦਾਤੇ ਹੈ, ਬ੍ਰਹਮ ਗਿਆਨ ਦੀ ਬਖਸ਼ ਕਰਨ ਵਾਲੇ ਹਨ। ਗਤ ਉਦਾਰ ਵੱਡ ਭੂਪ। ਜਿਨ੍ਹਾਂ ਦਾ ਗਤ ਕੀ ਹੈ, ਜਿਹੜਾ ਵਰਤ ਵਰਤਾਵਾ ਜਾਂ ਸੁਭਾਵ ਹੈ, ਉਹ ਬਹੁਤ ਵੱਡਿਆਂ ਰਾਜਿਆਂ ਵਰਗਾ ਉਦਾਰ ਹੈ। ਇਹ ਬੜੇ ਬੜੇ ਰਾਜੇ ਸਖੀ ਦਾਤੇ ਹੁੰਦੇ ਆ, ਜੋ ਮੰਗੇ ਖੁੱਲ੍ਹਾ ਦੇਈ ਜਾਂਦੇ ਆ। ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਇਹਨਾਂ ਦਾ ਸੁਭਾਅ ਜਿਹੜਾ ਹੈ ਉਹ ਬਹੁਤ ਵੱਡਿਆਂ ਰਾਜਿਆਂ ਵਰਗਾ ਹੈ, ਜਿਨ੍ਹਾਂ ਦਾ ਵਰਤ ਵਰਤਾਵਾ ਬੜੇ ਵੱਡੇ ਉਦਾਰ ਰਾਜਿਆਂ ਵਰਗਾ ਹੈ, ਸਖੀ ਦਾਤਿਆਂ ਵਰਗਾ ਹੈ। ਗਤ ਨਾ ਮੁਕਤੀ ਦੇਣ ਵਿੱਚ ਵੀ ਆ ਬਹੁਤ ਵੱਡੇ ਰਾਜਿਆਂ ਵਾਂਗੂ ਉਦਾਰ ਹਨ, ਸਖੀ ਦਾਤੇ ਹੈ। ਝਟਪਟੀ ਕੇਵਲ ਮੁਕਤੀ ਬਖਸ਼ਦੇ ਹਨ ਸਿੱਖਾਂ ਨੂੰ। ਸ੍ਰੀ ਬਾਲਾ ਸੰਧੁਰ ਵਾਚ। ਭੁਜੰਗ ਪਰਿਆਤ ਛੰਦ। ਸੁਤਾ ਨਾਨਕੀ ਜੋ ਹੁਤੀ ਧਾਮ ਕਾਲੂ। ਹਾਂ, ਭਾਈ ਬਾਲਾ ਜੀ ਕਹਿੰਦੇ ਹੈ ਜੋ ਕਾਲੂ ਜੀ ਦੇ ਘਰ ਦੇ ਵਿੱਚ ਉਹ ਨਾਨਕੀ ਨਾਮ ਦੀ ਸਪੁੱਤਰੀ ਇੱਕ ਹੈ ਸੀ। ਗੁਣੰ ਖਾਨ ਮਾਨੋ ਸਰੂਪੰ ਵਿਸਾਲੂ। ਇਹ ਗੁਰੂ ਅੰਗਦ ਸਾਹਿਬ ਜੀ ਉਸ ਪੁੱਤਰੀ ਜਿਹੜੀ ਨਾਨਕੀ ਗੁਣਾਂ ਦੀ ਖਾਨ ਸੀ ਤੇ ਬਹੁਤ ਹੀ ਸੋਹਣੇ ਸੁੰਦਰ ਸਰੂਪ ਵਾਲੀ ਸੀ। ਸੁਤਾ ਕੇ ਸਮਾਨੰ ਲਖਿਓ ਤਾਹੇ ਰਾਈ। ਜਿਹੜਾ ਰਾਏ ਬੁਲਾਰ ਹੈ ਉਹ ਕਾਲੀ ਦੀ ਸਪੁੱਤਰੀ ਨੂੰ ਆਪਣੀ ਸਪੁੱਤਰੀ ਦੇ ਸਮਾਨ ਹੀ ਜਾਣਦਾ ਹੈ ਸੀ। ਭਲੇ ਥਾਨ ਕੀਨੀ ਸੁਤਾ ਕੀ ਸਗਾਈ। ਇਸ ਕਰਕੇ ਰਾਏ ਬੁਲਾਰ ਨੇ ਕਾਲੂ ਨੂੰ ਕੋਈ ਪੁੱਛਿਆ ਦੱਸਿਆ ਨਹੀਂ, ਆਪਣੀ ਸਪੁੱਤਰੀ ਵਾਂਗ ਜਾਣ ਕੇ ਚੰਗੇ ਥਾਂ ਟਿਕਾਣੇ ਤੇ ਇਹ ਨਾਨਕੀ ਦੀ ਸਗਾਈ ਕਰ ਦਿੱਤੀ ਹੈ। ਟੋਟਕ ਛੰਦ। ਸੁਲਤਾਨਪੁਰੇ ਜੈ ਰਾਮ ਹਤੋ ਹੁਤੋ। ਕਿੱਥੇ ਕੀਤੀ ਹੈ ਸਗਾਈ? ਕਹਿੰਦੇ ਸੁਲਤਾਨਪੁਰ ਦੇ ਵਿੱਚ ਰਹਿਣ ਵਾਲਾ ਇੱਕ ਜੈ ਰਾਮ ਹੈ ਸੀ। ਬਰਬਾਹਜ ਵੰਸ਼ ਵਿਸੁੱਧ ਮਤੋ। ਉਹ ਸ੍ਰੇਸ਼ਟ ਕਹਿੰਦੇ ਖੱਤਰੀ ਸੀ, ਚੰਗੇ ਸ਼ੁੱਧ ਮਤ ਵਾਲਾ ਸੀ, ਚੰਗੀ ਸ਼ੁੱਧ ਬੁੱਧੀ ਵਾਲਾ ਸੀ। ਸੰਬੰਧ ਭਇਓ ਤਿਹ ਸੰਗ ਭਲੰ। ਉਹਦੇ ਨਾਲ ਨਾਨਕੀ ਜੀ ਦਾ ਚੰਗਾ ਸੰਬੰਧ ਹੋ ਗਿਆ, ਰਿਸ਼ਤਾ ਜੁੜ ਗਿਆ ਹੈ। ਇੱਕ ਸਾਰ ਮਿਲੇ ਬਰ ਨਾਰ ਕਲੰ। ਕਹਿੰਦੇ ਇੱਕੋ ਜਿਹੇ ਜਿਹੜਾ ਵਰ ਤੇ ਕੰਨਿਆ ਸੋਹਣੇ ਰੂਪ ਵਿੱਚ ਮਿਲ ਗਏ ਹਨ। ਸਜ ਸਾਜ ਬਰਾਤ ਭਲੀ ਸਗਰੀ। ਇਧਰ ਜਿਹੜਾ ਜੈ ਰਾਮ ਹੈ ਉਸਨੇ ਆਪਣੇ ਵੱਲੋਂ ਜਿਹੜਾ ਦਿਨ ਨਿਯਤ ਕੀਤਾ, ਉਸ ਦਿਨ ਚੰਗੀ ਜਿਹੜੀ ਬਰਾਤ ਹੈ ਉਹ ਸਜਾਈ ਹੈ। ਕੀ ਆਨ ਟੁਕਾਓ ਸਸੂ ਨਗਰੀ। ਇਸ ਤਰ੍ਹਾਂ ਆਪਣਾ ਜਿਹੜਾ ਸਹੁਰਾ ਕਾਲੂ ਹੈ ਉਹਦੀ ਨਗਰੀ ਰਾਏ ਭੋਏ ਤਲਵੰਡੀ ਵਿੱਚ ਆ ਟੁਕਾ ਕੀਤਾ ਪਹੁੰਚੇ ਹਨ। ਦੀਏ ਸੰਗ ਮਤੰਗ ਤਰੰਗਨ ਕੇ। ਜਿਸ ਰਹਿਮਨ ਜੈ ਰਾਮ ਨੇ ਬਰਾਤ ਦੇ ਵਿੱਚ ਜਿਹੜੇ ਕੋਈ ਘੋੜੇ ਹਨ, ਹਾਥੀ ਹਨ, ਉਹ ਵੀ ਲੈ ਉਹਨਾਂ ਉੱਪਰ ਜਿਹੜੇ ਚੜਾਏ ਆਏ ਹਨ। ਪਟ ਸ਼ੋਭਤ ਹੈ ਬਹੁ ਰੰਗਨ ਕੇ। ਬਰਾਤੀਆਂ ਦੇ ਕੱਪੜੇ ਹੈ ਪਹਿਨੇ ਹੋਏ ਬਹੁਤ ਰੰਗਾਂ ਰੰਗਾਂ ਦੇ ਸ਼ੋਭਦੇ ਸਜਦੇ ਹਨ। ਪਰ ਭੂਖਨ ਕੰਚਨ ਅੰਗ ਧਰੇ। ਇਹਨਾਂ ਬਰਾਤੀਆਂ ਨੇ ਜਾਰੀਆਂ ਨੇ ਸ੍ਰੇਸ਼ਟ ਗਹਿਣੇ ਸੋਨੇ ਦੇ ਧਾਰਨ ਕੀਤੇ ਅੰਗਾਂ ਵਿੱਚ। ਚਮਕਾਤ ਜਰਾਵਨ ਸੰਗ ਜਰੇ। ਉਹਨਾਂ ਗਹਿਣਿਆਂ ਵਿੱਚ ਕਹਿੰਦੇ ਜੜਾਊ ਜੜੇ ਹੋਏ, ਉਹ ਜੜਾਊਆਂ ਦੇ ਨਾਲ ਜੜੇ ਹੋਣ ਕਰਕੇ
ਗਹਿਣੇ ਬੜੇ ਚਮਕਦੇ ਦਮਕਦੇ ਹਨ। ਮਨ ਹੋਏ ਉਦਾਰ ਧਨੰ ਵਰਖੇ। ਇਸ ਤਰ੍ਹਾਂ ਜਿਹੜਾ ਇਹਦਾ ਪਿਓ ਪਰਮਾਨੰਦ ਹੈ, ਉਹਨੇ ਮਨ ਵਿੱਚ ਉਦਾਰ ਹੋ ਕੇ ਸਖੀ ਬਣਾ ਧਾਰ ਕੇ ਬੜਾ ਧਨ ਦੀ ਬਾਰਿਸ਼ ਕੀਤੀ ਹੈ। ਸਭ ਪਾਵਹਿ ਰੰਗ ਹਿਰਦੇ ਹਰਖੇ। ਜਿੰਨੇ ਕਹਿੰਦੇ ਗਰੀਬ ਗੁਰਬੇ ਹੈ, ਮਾਇਆ ਪਾ ਪਾ ਕੇ ਸਾਰੇ ਹਿਰਦਿਆਂ ਵਿੱਚ ਖੁਸ਼ ਹੋ ਰਹੇ ਹੈ। ਕਬਿਤ ਬਾਜਤ ਨਗਾਰੇ ਬਹੁ ਬੇਦਿਅਨ ਅਖਾਰੇ ਹੋਤ। ਇਸ ਤਰ੍ਹਾਂ ਇਧਰ ਰਾਏ ਭੋਏ ਦੀ ਤਲਵੰਡੀ ਵਿੱਚ ਨਗਾਰੇ ਵੱਜ ਰਹੇ ਹੈ ਤੇ ਬੇਦੀਆਂ ਦੀਆਂ ਥਾਵਾਂ ਥਾਵਾਂ ਤੇ ਸਭਾਵਾਂ ਲੱਗੀਆਂ। 10 ਵੀ ਕਿਤੇ ਬੈਠੇ ਆ ਬੇਦੀ, 10 ਵੀ ਕਿਤੇ ਬੈਠੇ ਹਨ। ਕੌਤਕ ਨਿਹਾਰੇ ਮਨ ਰਹੇ ਹੈ ਲੁਭਾਏ ਕੈ। ਇਸ ਤਰ੍ਹਾਂ ਵਿਆਹ ਦਾ ਜਿਹੜਾ ਉਹ ਕੌਤਕ ਦੇਖ ਕੇ ਮਨ ਦੇ ਵਿੱਚ ਸਾਰੇ ਲਵਾਏ ਮਨ ਹੋ ਰਹੇ ਹਨ। ਪਾਏ ਕੈ ਨਿਦੇਸ਼ ਕੋ ਬਰਾਤ ਨੈ ਨਿਵੇਸ਼ ਕੀਨੋ। ਇਧਰ ਕਹਿੰਦੇ ਜਿਹੜੀ ਬਰਾਤ ਆਈ ਉਸਨੇ ਆਗਿਆ ਪਾ ਕੇ ਉਹ ਟਿਕਾਣਾ ਕੀਤਾ ਹੈ। ਅਥੈ ਦਿਨੇਸ਼ ਕੋ ਹੁਤਾਸਨ ਜਗਾਏ ਕੈ। ਜਿਹੜਾ ਸੂਰਜ ਛਿਪ ਗਿਆ ਹੈ ਤੇ ਉਹ ਜਿਹੜੀ ਵਿਵਾਹ ਦੀ ਰਸਮ ਹੈ ਉਹਨੂੰ ਪੂਰੀ ਕਰਨ ਵਾਸਤੇ ਸਾਰੀ ਤਿਆਰੀ ਜੀ ਕਰ ਲਈ ਹੈ। ਭਾਵਰੈ ਕੋ ਲੈ ਸਭ ਦਿਜਨ ਕੋ ਦਾਨ ਦੇ। ਇਸ ਤਰ੍ਹਾਂ ਲਾਵਾਂ ਲੈ ਲਈਆਂ ਹਨ, ਗਰੀਬ ਗੁਰਬੇ ਨੂੰ ਹੋਰ ਬ੍ਰਾਹਮਣਾਂ ਨੂੰ ਕਾਨ ਦੇ ਦਿੱਤਾ ਹੈ। ਅੰਗ ਨਾ ਸੁਨਾਏ ਗਾਰ ਗੀਤਨ ਕੋ ਗਾਏ ਕੈ। ਕਾਲੂ ਜੀ ਦੇ ਘਰ ਦੇ ਵਿੱਚ ਜਿਹੜੀਆਂ ਕੋਈ ਮਾਈਆਂ ਬੀਬੀਆਂ ਹਨ ਉਹ ਕਹਿੰਦੇ ਗੀਤ ਗਾ ਗਾ ਕੇ ਸੁਣਾ ਰਹੀਆਂ ਹਨ। ਵਿੱਚੇ ਕਹਿੰਦੇ ਬਰਾਤੀ ਨੂੰ ਸਿੱਠਣੀਆਂ ਵੀ ਦੇ ਰਹੀਆਂ ਹਨ। ਦੋ ਕੁਲ ਰੀਤ ਕੀਨ ਦਾਇਜ ਬਹੁਤ ਦੀਨ। ਦੋਵਾਂ ਨੇ ਰਲ ਮਿਲ ਕੇ ਆਪੋ ਆਪਣੀ ਕੁਲ ਦੀ ਰੀਤੀ ਕੀਤੀ ਹੈ ਤੇ ਹੋਰ ਜਿਹੜਾ ਦਾਜ ਵਗੈਰਾ ਜਿੰਨਾ ਕੁ ਸਰਦਾ ਉਹ ਵੀ ਦੇ ਦਿੱਤਾ ਹੈ। ਵੱਡੋ ਜਸ ਲੀਨ ਸਭ ਰਹੇ ਹਰ ਖਾਏ ਕੈ। ਕਾਲੂ ਜੀ ਨੇ ਰਾਏ ਬੁਲਾਰ ਨੇ ਬੜਾ ਭਾਰੀ ਜਸ ਲਿਆ ਕਾਰਜ ਕਰਕੇ। ਸਾਰੇ ਜਾਂਜੀ ਮਾਂਜੀ ਬੜੇ ਖੁਸ਼ ਹੋ ਰਹੇ ਹਨ। ਨੋ ਉਪਵਾਹ ਆਬਿਰਾਮ ਯੋ ਜਰਾਮ ਪੁਨ। ਇਸ ਤਰ੍ਹਾਂ ਕਹਿੰਦੇ ਸੋਹਣਾ ਵਿਵਾਹ ਕੀਤਾ ਹੈ। ਫਿਰ ਜੈ ਰਾਮ ਨੇ ਪੁਨਾ ਗਇਓ ਨਿਜ ਧਾਮ ਮਨ ਆਨੰਦ ਵਢਾਏ ਕੈ। ਆਪਣੀ ਪਤਨੀ ਨੂੰ ਨਾਲ ਲੈ ਕੇ ਤੇ ਮਨ ਵਿੱਚ ਆਨੰਦ ਵਧਾਉਂਦਾ ਹੋਇਆ ਆਪਣੇ ਘਰ ਵੱਲ ਨੂੰ ਬਰਾਤ ਸਹਿਤ ਵਕਤ ਕਿਹਾ ਚਲਿਆ ਗਿਆ ਹੈ। ਬਾਸੁਰ ਬਤੀਤ ਕੁਛ ਨਾਨਕ ਸੁਕਾਲੂ ਕਹੈ। ਜਦੋਂ ਇਸ ਤਰ੍ਹਾਂ ਸਪੁੱਤਰੀ ਦਾ ਵਿਵਾਹ ਹੋਇਆ ਹੈ, ਜਦੋਂ ਕੁਝ ਦਿਨ ਬੀਤੇ ਹਨ ਤੇ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਿਆ ਹੈ, ਭਗਨੀ ਕੋ ਆਨ ਸੁਲਤਾਨਪੁਰੇ ਜਾਏ ਕੈ। ਗੁਰੂ ਨਾਨਕ ਜਿਹੜੀ ਆਪਣੀ ਭੈਣ ਹੈ ਤੂੰ ਸੁਲਤਾਨਪੁਰ ਜਾ ਕੇ ਉਹਨਾਂ ਨੂੰ ਵਾਪਸ ਲੈ ਆਪਣੇ ਨਾਲ। ਮਾਨਤ ਨ ਬੈਨ ਅਨਕੰਪ ਐਨ ਤੂਸ਼ਨੀ ਭੇ। ਕਿਰਪਾ ਦੇ ਘਰ ਸਤਿਗੁਰੂ ਪਿਤਾ ਦਾ ਬਚਨ ਹੀ ਨਹੀਂ ਮੰਨਦੇ। ਉਹ ਬੋਲੀ ਜਾਂਦਾ ਆਪ ਜੀ ਚੁੱਪੀ ਕਰ ਰਹੇ ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਪੈ ਹੈ ਹੀ ਨਹੀਂ ਹੈ। ਜਾ ਕੋ ਕੇਹ ਭੈਨ ਨੀਚੇ ਨੈਣ ਠਹਿਰਾਏ ਕੈ। ਨੇਤਰ ਜੇ ਨੀਵੇਂ ਕੀਤੇ ਆ ਕੋਈ ਜਵਾਬ ਹੀ ਨਹੀਂ ਦੇ ਆ ਕੋਈ ਡਰ ਨਹੀਂ ਮੰਨਦੇ ਹਨ। ਰਾਏ ਕੇ ਨਿਕਟ ਜਾਏ ਸਭ ਹੀ ਸੁਨਾਏ ਵਿਦ। ਇਧਰ ਕਾਲੂ ਗੁੱਸੇ ਵਿੱਚ ਭਰਿਆ ਹੋਇਆ ਰਾਏ ਬੁਲਾਰ ਦੇ ਕੋਲ ਗਿਆ ਹੈ। ਸਾਰੀ ਗੱਲਬਾਤ ਢੰਗ ਤਰੀਕੇ ਨਾਲ ਸੁਣਾ ਦਿੱਤੀ ਹੈ। ਭਗਨੀ ਨ ਆਨਤ ਰਹਿਓ ਸਮਝਾਏ ਕੈ। ਦੇਖ ਲੋ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਮੈਂ ਉਹਨਾਂ ਨੂੰ ਸਮਝਾ ਰਿਹਾ ਆਪਣੀ ਭੈਣ ਨੂੰ ਸੁਲਤਾਨਪੁਰ ਤੋਂ ਲਿਆਉਂਦੇ ਨਹੀਂ ਆ ਜਾ ਕੇ। ਰਾਏ ਭੇਜੋ ਦਾਸ ਕੋ ਬੁਲਾਏ ਸੁਖ ਰਾਸ ਰੂਪ। ਕਾਲੂ ਜੀ ਤੋਂ ਸੁਣ ਕੇ ਰਾਏ ਬੁਲਾਰ ਨੇ ਆਪਣੇ ਵੱਲੋਂ ਬੁਲਾਉਣ ਵਾਸਤੇ ਸੁਖਾਂ ਦੀ ਰਾਸ ਰੂਪ ਖਜ਼ਾਨਾ ਰੂਪ ਸਤਿਗੁਰੂ ਨੂੰ ਕਹਿੰਦੇ ਭੇਜਿਆ ਦਾਸ ਤਾਈ। ਸਾਦਰ ਵਸਾਏ ਪਾਸ ਪ੍ਰੇਮ ਕੇ ਪ੍ਰਕਾਸ਼ ਸੋ। ਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਰਾਏ ਬੁਲਾਰ ਦੇ ਕੋਲ ਆਇਆ ਹੈ। ਆਪ ਜੀ ਨੇ ਸਤਿਕਾਰ ਨਾਲ ਬਿਠਾਇਆ ਹੈ। ਫਿਰ ਪ੍ਰੇਮ ਨੂੰ ਪ੍ਰਗਟ ਕਰਿਆ ਹੋਇਆ ਇਸ ਕਹਿਣ ਲੱਗਿਆ ਹੈ, ਮਾਥੇ ਪਰ ਹੱਥ ਫੇਰ ਗਾਥ ਹਿਤ ਸਾਥ ਕਹਿ। ਸ਼ੀ ਮੱਥੇ ਉੱਪਰ ਹੱਥ ਜਾ ਫੇਰਿਆ ਬਜ਼ੁਰਗ ਰਾਏ ਬੁਲਾਰ ਨੇ। ਫਿਰ ਸਾਡੀ ਜਿਹੜੀ ਗੱਲਬਾਤ ਹੈ ਬੜੇ ਪ੍ਰੇਮ ਪਿਆਰ ਨਾਲ ਕਹਿਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਜੀ। ਇੱਕ ਵਾਰ ਜਈਸੋ ਸਾਨੀਏ ਆਵਾਸ ਸੋ। ਗੁਰੂ ਨਾਨਕ ਸਾਹਿਬ ਇੱਕ ਵਾਰੀ ਜ਼ਰੂਰ ਤੁਸੀਂ ਸੁਲਤਾਨਪੁਰ ਜਾਈਏ ਇਸ ਤਰ੍ਹਾਂ ਜਿਹੜੀ ਆਪਣੀ ਭੈਣ ਨਾਨਕੀ ਉਹਨੂੰ ਘਰ ਵਿੱਚ ਵਾਪਸ ਲੈ ਆਈਏ। ਦੂਜੇ ਤਾਹਾਂ ਜਾਏ ਰਹੋ ਹਿਰਦੈ ਸੁਖ ਪਾਏ ਆਹੋ। ਦੂਜੀ ਗੱਲ ਇਹ ਵੀ ਹੈ ਵੀ ਤੁਸੀਂ ਸੁਲਤਾਨਪੁਰੀ ਜਾ ਕੇ ਉੱਥੇ ਰਹਿ ਪਿਓ ਤੇ ਫਿਰ ਇਸ ਤਰ੍ਹਾਂ ਦੇ ਵਿੱਚ ਸੁਖੀ ਸੁਖ ਪਾ ਰਹੋਗੇ। ਕਾਲੂ ਕੀ ਕਲਾਹੇ ਮਿਟ ਜਾਏ ਅਨਾਯਾਸ ਸੋ। ਤੁਹਾਡਾ ਜਿਹੜਾ ਪਿਤਾ ਰੋਜ਼ ਲੜਾਈ ਕਰਦਾ ਹੈ ਬਿਨਾਂ ਯਤਨ ਤੋਂ ਸੌਖੇ ਢੰਗ ਨਾਲ ਲੜਾਈ ਜੀ ਮਿਟ ਜਾਊਗੀ। ਸਹਿਜ ਸੁਭਾਏ ਤਬ ਹੀਏ ਜੋ ਸੁਹਾਏ ਕਰੋ। ਜਦੋਂ ਉੱਥੇ ਚਲੇ ਗਏ ਨਾ ਸੁਲਤਾਨਪੁਰ ਤੁਸੀਂ ਜਿਵੇਂ ਤੁਹਾਡਾ ਸੁਚੇ ਸੁਭਾਅ ਹੋਵੇ ਜੋ ਚੰਗਾ ਸਾਨੂੰ ਹਿਰਦੇ ਨਾਲ ਲੱਗੇ ਉਹ ਕਹਿੰਦੇ ਤੁਸੀਂ
ਜੋ ਸੁਹਾਵੇ ਹਿਰਦੇ ਨੂੰ ਚੰਗਾ ਲਗੇ ਸੁਤੇ ਸੁਭਾਅ ਤੇ ਜਾ ਕੇ ਕਰੀ ਕਰਾਈ ਜਾਇਓ। ਜਾਵਨ ਉਚਿਤ ਤੁਮੈ ਅਵੈ ਸੁਸਾ ਪਾਸ ਸੋ। ਹੁਣ ਗੁਰੂ ਨਾਨਕ ਸਾਹਿਬ ਜੀ ਪਿੰਡ ਦੇ ਕੋਲ ਤੁਹਾਡਾ ਜਿਹੜਾ ਜਾਣਾ ਜ਼ਰੂਰੀ ਯੋਗ ਹੈ। ਬ੍ਰਿਧ ਵੈਸ ਨਗਰੇਸ਼ ਵੱਲਭ ਵਿਸ਼ੇਸ਼ ਲਖ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬਜ਼ੁਰਗ ਉਮਰ ਵਾਲਾ ਹੈ, ਸਾਡੇ ਨਗਰ ਦਾ ਇਹ ਮਾਲਕ ਵੀ ਹੈ ਤੇ ਵਿਸ਼ੇਸ਼ ਕਰਕੇ ਸਾਡਾ ਇਹ ਪਿਆਰਾ ਵੀ ਹੈਗਾ ਰਾਏ ਬੁਲਾਰ। ਮਨ ਜਗ ਤੇਸ਼ ਵੈਨ ਭਾਨੇ ਮਨ ਆਪਣੇ। ਆਪਣੇ ਮਨ ਨੂੰ ਕਹਿੰਦੇ ਭਾਗੇ ਰਾਏ ਬੁਲਾਰ ਦੇ ਬਚਨ। ਜਗਤ ਦੇ ਮਾਲਕ ਸਤਿਗੁਰੂ ਨੇ ਮੰਨ ਲਿਆ ਵੀ ਚਲੇ ਜਾਵਾਂਗੇ। ਬਾਲਾ ਭਨੈ ਅੰਗਦ ਜੀ ਕੀਜੈ ਖਾਨ ਪਾਨ ਰਸ। ਹਾਂ, ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਇਹ ਜਿਹੜੀ ਪ੍ਰੇਮਮਈ ਕਥਾ ਹੈ ਅੰਮ੍ਰਿਤ ਰਸ ਨੂੰ ਪੀਣਾ ਕਰੀਏ। ਸੁਣ ਕੇ ਕਹਿੰਦੇ ਕਥਾ ਦਾ ਰਸ ਲੈਣਾ ਕਰੀਏ। ਭਏ ਹੈ ਤਿਆਰ ਜਿਨ ਕੀਨੇ ਦੰਭ ਖਾਪਨੇ। ਰਾਏ ਬੁਲਾਰ ਦੇ ਕਹਿਣ ਕਰਕੇ ਜਿਨ੍ਹਾਂ ਨੇ ਡੰਪ ਖੰਡ ਨੂੰ ਦੁਨੀਆ ਵਿੱਚੋਂ ਨਾਸ ਕੀਤਾ ਹੈ, ਉਹ ਆਪਣੀ ਭੈਣ ਨੂੰ ਲਿਆਉਣ ਵਾਸਤੇ ਸੁਲਤਾਨਪੁਰ ਨੂੰ ਜਾਣ ਵਾਸਤੇ ਤਿਆਰ ਹੋ ਗਏ ਹਨ। ਮੋਸ ਹਿਤ ਸਦਾ ਧਰੈ ਦਾਸ ਜਾਨ ਦਇਆ ਕਰੈ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਮੇਰੇ ਨਾਲ ਮਹਾਰਾਜ ਬਹੁਤ ਹੀ ਕਹਿੰਦੇ ਹਮੇਸ਼ਾ ਪ੍ਰੇਮ ਰੱਖਦੇ ਸੀ ਤੇ ਇਸੇ ਤਰ੍ਹਾਂ ਮੋਸੇ ਹਿਸਦਾਰ ਦਾਸ ਜਾਨ ਦਇਆ ਕਰੇ। ਮੈਨੂੰ ਆਪਣਾ ਦਾਸ ਜਾਣ ਕੇ ਤੇ ਮੇਰੇ ਤੇ ਹਮੇਸ਼ਾ ਦਇਆ ਹੀ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ। ਨਿਕਟ ਹਕਾਰ ਲੀਨ ਸਾਥ ਕੋ ਅਪਾਪ ਨੇ। ਜੋ ਪਾਪਾਂ ਤੋਂ ਰਹਿਤ ਗੁਰੂ ਨਾਨਕ ਸਾਹਿਬ ਹੈ, ਉਹਨਾਂ ਨੇ ਕਹਿੰਦੇ ਆਪਣੇ ਨਾਲ ਜਾਣ ਵਾਸਤੇ ਮੈਨੂੰ ਵੀ ਕੋਲ ਸੱਦ ਲਿਆ ਕਰ ਤੋਂ। ਆਏ ਕੈ ਨਿਕੇਤ ਲੀਨ ਵੇਦੀ ਕੁਲ ਕੇਤ ਨੇਗ। ਇਸ ਤਰ੍ਹਾਂ ਮੈਨੂੰ ਬੁਲਾ ਕੇ ਨਾਲ ਲੈ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਬੇਦੀਆਂ ਦੇ ਕੁਲ ਦੇ ਜਿਹੜੇ ਤੁਝਾ ਰੂਪ ਹੈ ਉਹ ਘਰ ਵਿੱਚ ਆ ਗਏ ਹਨ। ਤੇ ਜੋ ਭੈਣ ਨੂੰ ਕੋਈ ਲੈ ਕੇ ਜਾ ਕੇ ਦੇਣਾ ਦੂਣਾ ਹੈ ਉਹ ਸਾਰਾ ਕੁਛ ਲੈ ਲੂ ਲਿਆ ਹੈ। ਮਾਤਾ ਕਾਰ ਹੇਤ ਵਿਦਾ ਕੀਨ ਹਰ ਜਪ ਨੇ। ਇਸ ਤਰ੍ਹਾਂ ਕਹਿੰਦੇ ਮਾਤਾ ਜੀ ਨੇ ਬੜਾ ਪ੍ਰੇਮ ਪਿਆਰ ਮੋਹ ਕੀਤਾ ਹੈ। ਜੋ ਹਰੀ ਨੂੰ ਜਪਣ ਵਾਲੇ ਹੈ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਵਿਦਾ ਕਰ ਦਿੱਤਾ, ਤੋਰ ਦਿੱਤਾ ਹੈ। ਚਲੇ ਪੰਥ ਮੰਦ ਮੰਦ ਆਨੰਦ ਕੇ ਕੰਦ ਜੋ। ਜਿਹੜੇ ਆਨੰਦ ਦੇ ਬੱਦਲ ਹਨ ਗੁਰੂ ਨਾਨਕ ਸਾਹਿਬ ਜੀ, ਉਹ ਫਿਰ ਸੁਲਤਾਨਪੁਰ ਦਾ ਜਿਹੜਾ ਰਸਤਾ ਉਹਦੇ ਵਿੱਚ ਸਹਿਜ ਸਹਿਜ ਨਾਲ ਹੌਲੀ ਹੌਲੀ ਚੱਲੇ ਹਨ। ਸੁੰਦਰ ਮੁਕੰਦ ਪਦ ਨੈਣ ਅਰਬਿੰਦ ਸੇ। ਇਹਨਾਂ ਦੇ ਜਿਹੜੇ ਚਰਨ ਮੁਕਤੀ ਦਾਤਾ ਸੁੰਦਰ ਹਨ ਤੇ ਜਿਨ੍ਹਾਂ ਦੇ ਨੇਤਰ ਕਵਲ ਵਰਗੇ ਹਨ ਸੋਹਣੇ। ਦੇਖਤ ਸਸੁਰ ਰੁੱਤ ਕਾਨਨ ਨਿਪਾਤ ਪਾਤ। ਇਧਰ ਕਹਿੰਦੇ ਉਹ ਸਿਸਰ ਰੁੱਤ ਸ਼ੁਰੂ ਹੋਈ ਹੈ, ਪਤਝੜ ਰੁੱਤ ਹੈ ਤੇ ਜੰਗਲਾਂ ਦੇ ਵਿੱਚੋਂ ਜਿੰਨੇ ਦਰਖਤਾਂ ਦੇ ਪੱਤੇ ਹੈ ਸਭ ਝੜੇ ਪਏ ਆ, ਡਿੱਗੇ ਪਏ ਹਨ। ਨਗਨ ਵਿਪਟ ਪੇ ਨਰਕ ਅਰ ਅਗ ਵੰਡ ਸੇ। ਜਿੰਨੇ ਦਰਖਤ ਕਹਿੰਦੇ ਸਭ ਪੱਤਰਿਆਂ ਤੋਂ ਬਗੈਰ ਨਗਨ ਹੋਏ ਪਏ ਹੈ। ਜਿਵੇਂ ਕਹਿੰਦੇ ਪਾਪੀ ਪੁਰਸ਼ ਉਹ ਨੰਗਾ ਦੋਜਕ ਚਾਲਿਆ, ਨੰਗਾ ਹੀ ਚੱਲਦਾ ਹੁੰਦਾ ਨਾ ਪੱਟਦੇ ਕੱਪੜਿਆਂ ਤੋਂ ਬਗੈਰ। ਇਹ ਪਾਪੀ ਪੁਰਸ਼ ਜਿਵੇਂ ਨਰਕ ਨੂੰ ਜਾ ਰਿਹਾ ਹੁੰਦਾ ਨੰਗਾ, ਇਉਂ ਕਹਿੰਦੇ ਦਰਖਤ ਉਹ ਪੱਤਰਿਆਂ ਤੋਂ ਬਗੈਰ ਨੰਗੇ ਹੋ ਰਹੇ ਆ ਪਤਝੜ ਦੇ ਰੁੱਤ ਆਉਣ ਕਰਕੇ। ਅੰਬਨ ਕੁਮਾਰ ਭਾਖ ਕੰਠ ਕਲ ਕੋਕਿਲਾ ਕੇ। ਇਸੇ ਤਰ੍ਹਾਂ ਅੰਬਾਂ ਦਾ ਬੂਰ ਬਾਰ ਜਾ ਖਾ ਕੇ ਜਿਹੜੀਆਂ ਕੋਲਾ ਹਨ ਉਹ ਆਪਣੇ ਕੰਠੋਂ ਬੜੀ ਸੁੰਦਰ ਜਿਹੜੀ ਕੋਈ ਬਾਣੀ ਹੈ। ਕੂਕਤ ਸੁਨਾਏ ਕੂਕ ਪਾਵਤ ਆਨੰਦ ਸੇ। ਇਸ ਤਰ੍ਹਾਂ ਕਹਿੰਦੇ ਸੁਣਾਉਂਦੀਆਂ ਕੂਕ ਕੇ ਆਵਾਜ਼ ਜੀ ਸੁਣਾਉਂਦੀਆਂ ਹਨ। ਜਿਸ ਕੂਕ ਨੂੰ ਆਵਾਜ਼ ਸੁਣ ਕੇ ਜਿਹੜੇ ਲੋਕ ਆ ਬੜਾ ਆਨੰਦ ਪਾਉਂਦੇ ਆ, ਖੁਸ਼ ਹੁੰਦੇ। ਉਹਦੀ ਆਵਾਜ਼ ਸੁਣ ਕੇ ਕੋਇਲ ਦੀ ਕੀਰ ਕਲ ਬਿੰਕ ਕੰਕ ਤੋਤਕ ਕੰਕ ਕੋਕ। ਇਸੇ ਤਰ੍ਹਾਂ ਕਹਿੰਦੇ ਤੋਤੇ ਬੋਲ ਰਹੇ ਹੈ, ਕਲਵੰਕ ਚਿੜੇ ਬੋਲ ਰਹੇ ਹੈ, ਜਿਹੜੇ ਕੰਕ ਇਸੇ ਤਰ੍ਹਾਂ ਜਿਹੜੀ ਉਹ ਚਿੱਟੀ ਚੀਲ ਇੱਥੇ ਲਿਖਿਆ ਪਹਾੜੀ ਕੰਕ। ਪਹਾੜੀ ਜਿਹੜੇ ਦੇਸੀ ਕੰਕ ਹੁੰਦੇ ਪਹਾੜਾਂ ਵਿੱਚ ਬੜੇ ਬੜੇ ਹੁੰਦੇ ਆ ਕੰਕ, ਜੇ ਹੋਰ ਇਸ ਤਰ੍ਹਾਂ ਬੋਲਦੇ ਹੁੰਦੇ। ਇੱਧਰ ਵੀ ਜਦੋਂ ਕਿਤੇ ਪਹਾੜੀ ਕੰਕ ਆ ਜਾਏ ਤੇ ਉਹਦੀ ਆਵਾਜ਼ ਤੋਂ ਕੋਈ ਮਨੁੱਖ ਪਛਾਣ ਲੈਂਦਾ ਵੀ ਇਹ ਦੇਸੀ ਕਾਂ ਨਹੀਂ ਬੋਲ ਰਿਹਾ, ਪਹਾੜੀ ਬੋਲ ਰਿਹਾ। ਉਹ ਪਹਾੜੀ ਕਾਂ ਜੇ ਬੋਲ ਗਏ ਤੇ ਇਸੇ ਤਰ੍ਹਾਂ ਤੁਕ ਕੀਏ ਪੁਹੀਏ ਬੋਲ ਰਹੇ ਹੈ, ਕੰਨ ਕੀਏ ਬਟੇਰੇ ਬੋਲ ਰਹੇ ਹਨ, ਕੋਕ ਚੱਕਵੇ ਬੋਲ ਰਹੇ ਹਨ। ਕੁਰਕਟ ਕਰੇਟੂ ਕਾਕ ਕੇ ਕੀ ਹੈ ਨਰਿੰਦ ਸੇ। ਹਾਂ, ਵਿੱਚ ਕਹਿੰਦੇ ਜਾਂਗੜੀ ਕੁੱਕੜ ਬੋਲ ਰਹੇ ਹਨ ਤੇ ਕਰੇਟੂ ਕਾਲ ਕੰਛੀ ਪੰਛੀ ਬੋਲ ਰਹੇ ਹਨ। ਕਾਕ ਜਿਹੜੇ ਕੋਈ ਦੇਸੀ ਕਾਂ ਹੈ ਕਿ ਮੋਰ ਬੋਲ ਰਹੇ ਹਨ। ਇਸ ਤਰ੍ਹਾਂ ਕਹਿੰਦੇ ਜਿਹੜੇ ਰਾਜਿਆਂ ਵਰਗੇ ਹੈ ਨਾ
ਉਹ ਸਾਰੇ ਬੋਲ ਰਹੇ ਆ ਮਹਾਨ। ਬੋਲਤ ਕਪੋਤ ਭ੍ਰਿਗ ਖੰਜਨ ਕੁਲਿੰਗ ਕਲ। ਜਿਹੜੇ ਕਬੂਤਰ ਬੋਲ ਰਹੇ ਆ, ਪ੍ਰਿੰਗ ਭੌਰੇ ਬੋਲੇ ਗੂੰਜ ਰਹੇ ਆ, ਖੰਜਨ ਬੋਲੇ। ਤੇ ਇਸ ਤਰ੍ਹਾਂ ਜਿਹੜੇ ਕੋਈ ਕੁਲੰਗ ਹਨ, ਉਹ ਪੰਛੀ ਦਾ ਨਾਮ ਹੈ। ਇਹ ਕੁਲੰਗ ਪੰਛੀ ਸੋਹਣੀ ਆਵਾਜ਼ ਬੋਲ ਰਹੇ ਹਨ। ਕਲ ਕੱਲ ਨਾਲ ਸੁੰਦਰ ਦਾ ਹੈ। ਸਾਰਸ ਕੁਰੰਗ ਨਾਨਾ ਰੰਗ ਕੇ ਵਿਹੰਗ ਹੈ। ਉਹ ਜਿਹੜੇ ਕੋਈ ਸਾਰਸ ਪੰਛੀ ਹੈ, ਕੁਰੰਗ ਜਿਹੜੇ ਲੰਮਟੀ ਗਾਨ, ਉਹ ਨਾਨਾ ਰੰਗਾਂ ਦੇ ਜਿਹੜੇ ਪੰਛੀ ਆ ਉਹ ਬੋਲ ਰਹੇ ਆ ਬਸੰਤ ਰੁੱਤ ਵਿੱਚ। ਕਾਨਨ ਉਲੰਘ ਗਏ ਨਗਰ ਉਮੰਗ ਪੇਖ। ਇਸ ਤਰ੍ਹਾਂ ਜਿਹੜਾ ਰਸਤੇ ਵਿੱਚ ਜੰਗਲ ਆਇਆ ਜਿਹਦੇ ਵਿੱਚ ਆ ਪੰਛੀ ਬੋਲ ਗਏ, ਉਹ ਲੰਘ ਗਏ ਅੱਗੇ। ਤੇ ਸ਼ਾਹ ਨਾਲ ਜਿਹੜਾ ਸੁਲਤਾਨਪੁਰਾ ਨਗਰ ਆਇਆ ਵੇਖਿਆ ਹੈ। ਨਾਗਰ ਅਨਾਗਰੀ ਆਨੰਦ ਵਾਹ ਰੰਗ ਹੈ। ਜੇ ਸੁਲਤਾਨਪੁਰ ਦੇ ਜਿਹੜੇ ਲੋਕ ਹੈ, ਕਹਿੰਦੇ ਜਿੰਨੇ ਮਾਈ ਭਾਈ ਹੈ, ਕਹਿੰਦੇ ਬਹੁਤ ਹੀ ਆਨੰਦ ਖੁਸ਼ ਹੈ ਤੇ ਬੜੇ ਸਿਆਣੇ ਹਨ, ਚਤੁਰ ਹਨ। ਗਾਵਤ ਬਸੰਤ ਮੇਲ ਨਾਚਤ ਅਨੰਤ ਘਰ। ਬਸੰਤ ਰੁੱਤ ਸ਼ੁਰੂ ਹੋਈ ਹੈ, ਜਿਸ ਕਰਕੇ ਹੋਲੀਆਂ ਦੇ ਦਿਨ ਹੈ ਤੇ ਬਸੰਤ ਉਹ ਗਾ ਰਹੇ, ਬਸੰਤ ਵਿੱਚ ਗੀਤ ਗਾ ਰਹੇ ਹੈ, ਨੱਚ ਰਹੇ ਆ ਨਤਰਾਂ ਨਾਲ ਘਰੋ ਘਰੀ। ਰਾਏ ਰੰਗ ਤਜੀ ਸ਼ੰਕ ਫਿਰਤ ਨਿਸ਼ੰਗ ਹੈ। ਭਾਵੇਂ ਕੋਈ ਰਾਜਾ, ਭਾਵੇਂ ਕੋਈ ਕੰਗਾਲ ਆ, ਹੋਲੀਆਂ ਦਾ ਦਿਨ ਜਾਣ ਕੇ ਸਭ ਨੇ ਆਪਣੇ ਸ਼ੰਕਾ ਛੱਡੀ ਹੋਈ ਹੈ, ਨਿਸ਼ੰਗ ਹੋਏ ਹੋਏ ਫਿਰ ਰਹੇ ਆ ਥਾਂ ਥਾਂ ਤੇ ਹੋਲੀ ਖੇਡਦੇ ਹੋਏ। ਹਾਸ ਸੋ ਬਜਾਏ ਤਾਰੀ ਮੁਖ ਤੇ ਸੁਨਾਏ ਗਾਰੀ। ਹੋਲੀ ਦਾ ਦਿਨ ਜਾਣ ਕੇ ਹੱਥਾਂ ਨਾਲ ਤਾਜੀਆਂ ਵਜਾਉਂਦੇ ਆ, ਮੂੰਹ ਤੋਂ ਕਹਿੰਦੇ ਇੱਕ ਦੂਸਰੇ ਨੂੰ ਇਹੋ ਜਿਹੀਆਂ ਸਿੱਠਣੀਆਂ ਜੀਆਂ ਵੀ ਸੁਣਾਉਂਦੇ ਹਨ। ਡਾਰਾਂ ਪਿਚਕਾਰੀ ਭਰ ਰੰਗਤ ਸੁਰੰਗ ਹੈ। ਰੰਗਾਂ ਰੰਗਾਂ ਦੀਆਂ ਪਿਚਕਾਰੀਆਂ ਜੀਆਂ ਭਰ ਕੇ ਇੱਕ ਦੂਰੇ ਉੱਪਰ ਸੁੱਟਦੇ ਹਨ। ਸੋਦਰ ਸਦਨ ਗਏ ਕਮਲ ਬਦਨ ਪੁਨ। ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਹੋਲੀ ਖੇਡ ਰਹੀ ਹੈ ਤੇ ਗੁਰੂ ਮਹਾਰਾਜ ਜੋ ਕਮਲ ਵਰਗੇ ਮੁਖ ਵਾਲੇ ਆਪਣੇ ਭੈਣ ਦੇ ਘਰ ਵਿੱਚ ਚਲੇ ਗਏ ਹਨ। ਬੰਧਨ ਕਦਨ ਜਾ ਕੇ ਨਾਮ ਲੇਤ ਹੋਤ ਹੈ। ਜਿਨ੍ਹਾਂ ਦੇ ਨਾਮ ਲਿਆ ਸੰਸਾਰਕ ਬੰਧਨ ਕਹਿੰਦੇ ਕੱਟੇ ਜਾਂਦੇ, ਨਾਸ ਹੋ ਜਾਂਦੇ ਹਨ। ਸਾਦਰ ਸਨੇਹਕਾਰ ਮਿਲ ਕੇ ਵਸਾਏ ਗਏ ਵਿਸਿਆਏ ਇਧਰ ਗਏ। ਭੈਣ ਨੇ ਕਹਿੰਦੇ ਸਤਿਕਾਰ ਕਰਕੇ, ਪ੍ਰੇਮ ਕਰਕੇ ਤੇ ਆਪਣੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾ ਲਿਆ ਹੈ। ਕੁਸ਼ਲ ਪ੍ਰਸ਼ਨ ਬੂਝ ਆਨੰਦ ਉਦੋਤ ਹੈ। ਵੀ ਭੈਣ ਤੂੰ ਰਾਜੀ ਖੁਸ਼ ਹੈ। ਇਧਰ ਗੁਰੂ ਨਾਨਕ ਸਾਹਿਬ ਜੀ ਨੇ ਭੈਣ ਨੂੰ ਪੁੱਛ ਲਿਆ, ਇਧਰ ਭੈਣ ਨੇ ਸਤਿਗੁਰੂ ਨੂੰ ਪੁੱਛ ਲਿਆ ਵੀ ਤੂੰ ਰਾਜੀ ਖੁਸ਼ ਹੈ। ਆਨੰਦ ਪ੍ਰਗਟ ਕੀਤਾ, ਸੁਖ ਸਾਂਦ ਪੁੱਛ ਦੱਸ ਕੇ। ਇੱਕ ਦਿਨ ਰਹੇ ਵਿਦਾ ਲੈਨ ਹਿਤ ਵੈਨ ਕਹੇ। ਗੁਰੂ ਨਾਨਕ ਸਾਹਿਬ ਜੀ ਇੱਕ ਦਿਨ ਇਹਨਾਂ ਦੇ ਘਰ ਦੇ ਵਿੱਚ ਰਹੇ ਹਨ। ਫਿਰ ਭੈਣ ਨੂੰ ਕਿਹਾ ਵੀ ਅਸੀਂ ਜਾਣਾ ਹੈ, ਉਹ ਬਦੋਗ ਲੈਣ ਵਾਸਤੇ ਬਚਨ ਕਹੇ ਹਨ। ਸੁਨ ਕੈ ਜੈ ਰਾਮ ਸਨ ਮਾਨਾ ਰੂਪ ਜੋਤ ਹੈ। ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਜੈ ਰਾਮ ਸਿਆਣਾ ਸੀ, ਉਹ ਸਨਮਾਨ ਕਰ ਰਿਹਾ, ਜੋਤੀ ਸਰੂਪ ਦਾ ਆਦਰ ਕਰ ਰਿਹਾ ਤੇ ਕਹਿ ਰਿਹਾ ਹੈ ਮੇਰੇ ਧਾਮ ਰਹੋ ਸੇਵਾ ਕਰੋ ਜੋ ਕਹੋ ਸਭਮ। ਤੁਸੀਂ ਕਿੱਧਰ ਜਾਣਾ ਹੈ, ਮੇਰੇ ਘਰ ਹੀ ਰਹਿ ਪੋ, ਜੋ ਮੇਰੀ ਸੇਵਾ ਤੁਹਾਡੀ ਕਰ ਸਕਾਂਗਾ ਕਰਾਂਗਾ। ਸੰਤ ਰੂਪ ਦੇਖੇ ਤੇ ਕਲੁਖ ਦੁਖ ਖੋਤ ਹੈ। ਇਹ ਤਾਂ ਮਹਾਰਾਜ ਸੰਤ ਸਰੂਪ, ਤੁਹਾਨੂੰ ਤਾਂ ਦੇਖਿਆ ਦੁੱਖ ਪਾਪ ਸਾਰੇ ਨਾਸ ਹੁੰਦੇ ਆ, ਖੋਏ ਜਾਂਦੇ ਹਨ। ਪਰਮਾਨੰਦ ਜਨਕ ਜਰਾਮ ਕੋ ਬਖਾਨੇ ਬੈਨ। ਜਿਹੜਾ ਜੈ ਰਾਮ ਦਾ ਪਿਤਾ ਸੀ ਪਰਮਾਨੰਦ, ਉਹ ਕਹਿਣ ਲੱਗਾ ਵੀ ਬਚਨ ਕਿਹਾ ਉਸਨੇ ਵੀ ਇਹ ਗੁਰੂ ਨਾਨਕ ਸਾਹਿਬ ਨੂੰ ਜਾਣਦੀ ਤੂੰ ਬਦੋਗੀ ਦੇ ਗਏ, ਇਹਨਾਂ ਨੂੰ ਚਲਾਏ ਜਾਣ ਦੇ। ਵਿਦਾ ਦੇਹੋ ਅਬ ਕੇ ਪੁਰ ਬਹਰਪੁਰ ਆਵਈ। ਹੁਣ ਦੀ ਵਾਰੀ ਇਹਨਾਂ ਨੂੰ ਜਾਣਦੀ ਤੂੰ ਬਦੋਗੀ ਦੇ, ਫਿਰ ਇਹ ਸੁਲਤਾਨਪੁਰ ਆ ਜਾਣਗੇ। ਭਗਨੀ ਕੋ ਲੈਨ ਮਾਤ ਪਿਤਾ ਨੇ ਪਠਾਏ। ਕਿਉਂਕਿ ਇਹ ਜੈ ਰਾਮ ਪੁੱਤਰ ਹੁਣੇ ਭੈਣ ਨੂੰ ਲੈਣ ਵਾਸਤੇ ਮਾਤਾ ਪਿਤਾ ਨੇ ਇਹਨਾਂ ਨੂੰ ਭੇਜਿਆ ਇੱਥੇ। ਜਾਨੋ ਜੋਗ ਜਾਨੋ ਆਵ ਨਹੀਂ ਪੁੰਨ ਜਾਵਈ। ਕਹਿੰਦੇ ਤੂੰ ਜਾਣ ਲਾ, ਹੁਣ ਇਹਨਾਂ ਨੂੰ ਭੈਣ ਨੂੰ ਲੈ ਕੇ ਜਾਣਾ ਹੀ ਯੋਗ ਹੈ। ਤੇ ਫੇਰ ਜਦੋਂ ਕਿਤੇ ਆਏ, ਭਾਵੇਂ ਜਾਣ ਭਾਵੇਂ ਨਾ ਜਾਣ, ਇਹਨਾਂ ਦੀ ਮਰਜ਼ੀ ਹੋਊਗੀ। ਜਾਵੇਦ ਵਿਚਾਰ ਕੀਨ ਸਭਨ ਕੋ ਵਿਦਾ ਦੀਨ। ਇਸ ਤਰ੍ਹਾਂ ਕਹਿੰਦੇ ਪਰਿਵਾਰ ਨੇ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਕੀਤਾ ਹੈ। ਫਿਰ ਭੈਣ ਨੂੰ ਲੈ ਕੇ ਚਲੇ ਜਾਣ ਦਾ ਇਸ ਤਰ੍ਹਾਂ ਵਿਚਾਰ ਪੱਕਾ ਹੋ ਗਿਆ ਤੇ ਬਦੋਗੀ ਦੇ ਦਿੱਤੀ, ਭੈਣ ਨੂੰ ਨਾਲ ਤੋਰ ਦਿੱਤਾ ਇਹਨਾਂ ਦੇ। ਚੱਲੇ ਤਲ ਵੰਡੀ ਮਾਗ ਸੁੰਦਰ ਸੁਹਾਵਈ। ਗੁਰੂ ਨਾਨਕ ਸਾਹਿਬ ਜੀ ਤਲਵੰਡੀ ਦੇ ਰਸਤੇ ਚੱਲ ਪਏ ਹਨ
ਇਸ ਤਰ੍ਹਾਂ ਸੋਹਣੇ ਸੋ ਨੀਕ ਹੋਰੇ ਸਜ ਬਜ ਰਹੇ ਹਨ। ਬੇਦੀ ਕੁਲ ਕੇਤ ਆਏ ਸੁਸਾ ਕੇ ਸਮੇਤ ਨਿਜ। ਵੇਦੀਆਂ ਦੇ ਕੁਲ ਦੇ ਕੇਤ ਕੀ ਤੁਜਾਰੂਪ ਆਪਣੇ ਭੈਣ ਦੇ ਸਮੇਤ ਆ ਗਏ ਹਨ। ਫਿਰ ਵਿਰਸ਼ੇ ਨਿਕੇਤ ਮਾਤ ਅੰਗ ਮੈਂ ਨ ਮਾਵਈ। ਜਦੋਂ ਘਰ ਦੇ ਵਿੱਚ ਪ੍ਰਵੇਸ਼ ਹੋਇਆ ਦੇਖ ਕੇ ਮਾਤਾ ਤ੍ਰਿਪਤਾ ਜੀ ਅੰਗਾਂ ਵਿੱਚ ਨਹੀਂ ਸਮਾਉਂਦੇ ਹਨ। ਸਵਈਆ ਰਾਏ ਸੁਨਿਓ ਨਿਜ ਬੱਲਭ ਆਵਨ। ਇਧਰ ਰਾਏ ਬੁਲਾਰਨੀ ਵੀ ਸੁਣ ਲਿਆ ਵੀ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਭੈਣ ਨੂੰ ਲੈ ਕੇ ਵਾਪਸ ਆ ਗਏ ਹਨ। ਦਾਸ ਪਠਾਵਨ ਕੀਨਤ ਦਾਈ। ਉਸੇ ਵੇਲੇ ਆਪਣੇ ਵੱਲੋਂ ਜਿਹੜਾ ਸੇਵਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭੇਜਣਾ ਕੀਤਾ ਹੈ। ਦੀਨ ਬੁਲਾਏ ਸੁਪਾਸ ਬਸਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਕੋਲ ਬਿਠਾ ਲਿਆ ਬੁਲਾ ਲਿਆ ਹੈ। ਹਿਰਦਾ ਸੁਖ ਪਾਏ ਅੱਖੀਂ ਭਰ ਆਈ। ਹਿਰਦੇ ਵਿੱਚ ਸੁਖ ਪਾਇਆ ਹੈ ਤੇ ਅੱਖਾਂ ਦੀਆਂ ਰਾਏ ਬੁਲਾਰ ਦੀਆਂ ਭਰ ਆਈਆਂ ਹਨ। ਪ੍ਰੇਮ ਸੁਬੂਝ ਸਰੀਰ ਅਪੀਰ ਕੀ। ਇਸ ਤਰ੍ਹਾਂ ਪ੍ਰੇਮ ਨਾਲ ਕਹਿੰਦੇ ਸਰੀਰ ਦੀ ਸੁਖ ਸਾਂਦ ਪੁੱਛ ਰਿਹਾ। ਇਸ ਤਰ੍ਹਾਂ ਧੀਰਜ ਧਾਰਨ ਹਰ ਵਿਸ਼ੇਸ਼ ਕਰਕੇ ਜਾਂ ਅਪੀਰ ਹੋਵੇ ਜਿਹੜੇ ਪੀੜਾ ਤੋਂ ਰਹਿਤ ਸਤਿਗੁਰੂ ਉਹਨਾਂ ਦੇ ਸਰੀਰ ਦੀ ਪ੍ਰੇਮ ਦੇ ਨਾਲ ਸੁਖ ਸਾਂਦ ਪੁੱਛਦਾ ਹੈ। ਪ੍ਰੀਤ ਨਵੀਨ ਕਰੀ ਅਧਿਕਾਈ। ਰਾਏ ਬੁਲਾਰ ਨੇ ਨਵੀਂ ਤੋਂ ਨਵੀਂ ਜਿਹੜੀ ਪ੍ਰੀਤੀ ਉਹ ਜ਼ਿਆਦਾ ਕੀਤੀ ਹੈ ਸਤਿਗੁਰੂ ਦੇ ਨਾਲ। ਧੀਰ ਤੁਰੰਤਰ ਸ੍ਰੀ ਗੁਰ ਪੂਰਨ। ਜੋ ਸਤਿਗੁਰੂ ਪੂਰਨ ਹੈ ਨਾ ਜੋ ਧੀਰ ਧਾਰੀ ਹੈ ਤੁਰ ਤੋਂ ਆਰ ਤੋਂ ਹੀ ਪਹਿਲਾਂ ਤੋਂ ਹੀ। ਛੇਮ ਕਹੀ ਅਜਰਾਮ ਵਡਾਈ। ਇਸ ਤਰ੍ਹਾਂ ਸੁਖ ਸਾਂਤ ਰਾਜੀ ਖੁਸ਼ੀ ਕੀਤੀ ਕਹੀ ਹੈ ਵੀ ਉੱਥੇ ਰਾਜੀ ਖੁਸ਼ ਹੈ ਠੀਕ ਹੈ। ਫਿਰ ਜੈ ਰਾਮ ਦੀ ਵੀ ਬੜੀ ਵਡਿਆਈ ਕੀਤੀ ਹੈ ਵੀ ਬਹੁਤ ਚੰਗੇ ਸੁਭਾਅ ਵਾਲਾ ਨਰਮ ਸੁਭਾਅ ਵਾਲਾ ਹੈ ਉਹ। ਦੋਹਰਾ ਸਦਨ ਆਏ ਦੁੱਖ ਕਦਨ ਪੁਨ। ਇਸ ਤਰ੍ਹਾਂ ਰਾਏ ਬੁਲਾਰ ਜੀ ਨੂੰ ਸਾਰਾ ਕੁਝ ਦੱਸ ਕੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਆਪਣੇ ਘਰ ਵੱਲ ਨੂੰ ਵਾਪਸ ਆ ਗਏ। ਜਿਨ ਤੇ ਮਦਨ ਲਜਾਏ। ਇਸ ਗੁਰੂ ਨਾਨਕ ਸਾਹਿਬ ਦੇ ਸੋਹਣੇ ਸਰੂਪ ਨੂੰ ਦੇਖ ਕੇ ਕਾਮਦੇਵ ਵੀ ਸ਼ਰਮਸ਼ਾਰ ਹੁੰਦਾ ਹੈ ਸ਼ਰਮ ਮੰਨਦਾ ਹੈ ਵੀ ਜਿੰਨੇ ਗੁਰੂ ਨਾਨਕ ਸਾਹਿਬ ਸੋਹਣੇ ਸੁਨੱਖੇ ਉਹਨਾਂ ਮੈਂ ਨਹੀਂ ਹਾਂ। ਰਦਨ ਕੁੰਦ ਕੁੰਦਲ ਆਨੰਦ। ਜਿਨ੍ਹਾਂ ਦੇ ਜਿਹੜੇ ਦੰਦ ਹੈ ਜਿਵੇਂ ਮਰਤਬਾਨ ਦਾ ਫੁੱਲ ਹੁੰਦਾ ਇਉਂ ਹੈ ਤੇ ਕੰਦ ਆਨੰਦੇ ਤੱਕ ਕੰਦਲ ਕੀ ਗੰਦਲੀ ਹੀ ਹਨ ਜਾਂ ਆਨੰਦੇ ਕੰਦਲ ਕੀਏ ਫਲ ਹਨ ਆਨੰਦੇ ਕੰਦਰ ਕੀਏ ਦਾਤੇ ਹਨ। ਮੰਦ ਮੰਦ ਗਤ ਪਾਏ। ਆਪਣੇ ਪਾਇਆਂ ਦੀ ਜਿਹੜੀ ਗਤ ਹੈ ਡੋਰ ਹੈ ਉਹ ਹੌਲੀ ਹੌਲੀ ਹੈ ਭਾਵ ਸਹਿਜੇ ਚਲਦੇ ਆਏ ਹਨ ਚਰਨਾਂ ਨਾਲ। ਕਬਿਤ ਸੁੰਦਰ ਬਦਨ ਪਾਰ ਤਨ ਕੋ ਸਮਛ ਮਛ। ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਸੋਹਣੇ ਮੁਖੜੇ ਉੱਪਰ ਥੋੜੀ ਕਹਿੰਦੇ ਜਿਹੜੀ ਉਹ ਕਾਲਾ ਦਾੜਾ ਹੈ ਉਹ ਆ ਗਿਆ ਹੈ। ਮਨ ਹੋ ਸ਼ਿੰਗਾਰ ਨੇ ਜੋ ਰੂਪ ਪ੍ਰਗਟਾਵਈ। ਮਨੋਂ ਜਿਹੜਾ ਸ਼ਿੰਗਾਰ ਰਸ ਹੈ ਨਾ ਉਹ ਆਪਣਾ ਦਾੜੇ ਰਾਹੀਂ ਸੋਹਣਾ ਸਰੂਪ ਪ੍ਰਗਟ ਕਰ ਰਿਹਾ ਹੈ। ਕਿਦੋਂ ਸਸ ਪਾਸ ਚਹਿ ਪਸਰਿਓ ਤਮਸ ਜਸ। ਅਸਵਾ ਪੂਰਨਮਾਸੀ ਦੇ ਚੰਦਰਮਾ ਦੇ ਕੋਲ ਜਿਹੜਾ ਹਨੇਰਾ ਹੈ ਜਿਸ ਤਰ੍ਹਾਂ ਫੈਲਿਆ ਚਾਹੇ ਉਹਦੇ ਇਰਦ ਗਿਰਦ ਹੋਇਆ ਚਾਹੇ ਇਸ ਤਰ੍ਹਾਂ ਦਾੜਾ ਸਜ ਰਿਹਾ। ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ। ਜਿਹੜਾ ਕਾਲਾ ਦਾੜਾ ਹੈ ਉਹ ਮਾਨੋ ਕਹਿੰਦੇ ਜਿਵੇਂ ਚੰਦਰਮਾ ਦੇ ਇਰਦ ਗਿਰਦ ਹਨੇਰਾ ਜਾਂ ਘੇਰਾ ਪਾਇਆ ਚਾਹੇ ਉਹ ਸਜ ਰਿਹਾ ਕਾਲਾ ਸ਼ਾਹ ਦਾੜਾ। ਕਿਦੋਂ ਮੁਖ ਸਾਰਸ ਪੈ ਮਧੁਪੁ ਸੁਹਾਵਈ। ਅਸਵਾ ਮਹਾਰਾਜ ਜਿਹੜਾ ਮੁੱਖ ਹੈ ਉਹ ਤਾਂ ਕਮਲ ਵਰਗਾ ਹੈ ਤੇ ਜਿਹੜਾ ਦਾੜਾ ਹੈ ਉਹ ਜਿਵੇਂ ਕੋਈ ਭੋਰੇ ਸੁਹਾਰੇ ਕਾਲੇ ਭੋਰੇ ਹੁਣ ਕਬਲ ਤੇ ਬੈਠੇ ਹੋਏ। ਭੁਜਾ ਹੈ ਪਲੰਬ ਭਾਰੀ ਉન્નਤ ਸਿਕੰਦ ਚਾਰੀ। ਫਿਰ ਆਪ ਜੀ ਦੀਆਂ ਜਿਹੜੀਆਂ ਬਾਹਾਂ ਵਿਸ਼ੇਸ਼ ਕਰਕੇ ਭਾਰੀ ਲੰਮੀਆਂ ਹਨ ਅਜਾਨ ਬਾਹੂ ਹੈ ਗੋਡਿਆਂ ਤੱਕ ਬਾਹਾਂ ਜਿਹੜੇ ਕੋਈ ਮੋਢੇ ਆ ਉਹ ਬਹੁਤ ਸੁੰਦਰ ਉੱਚੇ ਹਨ। ਦਇਆ ਭਰੀ ਨੈਣ ਕੋਰ ਚਿੱਤ ਕੋ ਕਉ ਚੁਰਾਵਈ। ਨੇਤਰਾਂ ਦੇ ਵਿੱਚ ਕਹਿੰਦੇ ਦਇਆ ਭਰੀ ਹੋਈ ਹੈ ਇਸ ਤਰ੍ਹਾਂ ਕੋਰ ਕਟਾਕਸ਼ਾਂ ਦੇ ਨਾਲ ਸਾਰਿਆਂ ਦੇ ਚਿੱਤ ਨੂੰ ਚੁਰਾ ਰਹੇ ਹਨ। ਕੁੰਡਲ ਕਪੋਲ ਪਾਰ ਝਮਕਤ ਲੋਲ ਪਏ। ਕਪੋਲਾਂ ਗੱਲਾਂ ਉੱਪਰ ਜਿਹੜੇ ਕੁੰਡਲ ਜੇ ਉਹ ਕਹਿੰਦੇ ਚੰਚਲ ਹੋਏ ਚਮਕ ਰਹੇ ਦਮਕ ਰਹੇ ਹਨ। ਚਿਬਕ ਅਮੋਲ ਸ਼ਬ ਹੇਰੇ ਤੇ ਲੁਭਾਵਈ। ਜਿਹੜੀ ਮੁਖ ਦੀ ਠੋਡੀ ਹੈ ਉਹ ਮੋਲਕ ਛਵੀ ਵਾਲੀ ਹੈ ਦੇਖਣ ਵਾਲੇ ਨੂੰ ਲਵਾਏ ਮਾਨ ਕਰ ਲੈਂਦੀ ਹੈ। ਸਵਈਆ ਰਾਗ ਵਿਰੋਧ ਤੇ ਬ੍ਰਿਤ ਨਿਰੋਧਨ। ਇਸ ਗੁਰੂ ਨਾਨਕ ਸਾਹਿਬ ਦੀ ਮੋਹ ਤੋਂ ਜਿਹੜੀ ਬਿਰਤੀ ਹੈ ਵਿਰੁੱਧ ਹੈ ਪਰੇ ਹੈ ਇਹ ਆਪਣੀ ਮਨ ਦੀਆਂ ਬਿਰਤੀ ਨੂੰ ਹਮੇਸ਼ਾ ਰੋਕ ਕੇ ਰੱਖਿਆ ਹੋਇਆ ਹੈ। ਆਦ ਤੇ ਰੀਤ ਸਦਾ ਜਿਨ ਕੀ। ਇਹ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਰੱਖਣਾ ਮੋਹ ਤੋਂ ਪਰੇ ਰਹਿਣਾ
ਇਹ ਜਿਹੜੀ ਰੀਤੀ ਹੈ ਹਮੇਸ਼ਾ ਦੀ ਹੈ, ਆਪ ਜੀ ਦੀ। ਛੈ ਨ ਸਕੈ ਹਰਖੰਗ ਮਨ ਸ਼ੋਕ, ਜਿਨ੍ਹਾਂ ਦੇ ਮਨ ਨੂੰ ਜਿਹੜੀ ਕੋਈ ਬਹੁਤੀ ਖੁਸ਼ੀ ਹੈ ਉਹ ਵੀ ਛੋਹ ਨਹੀਂ ਸਕਦੀ, ਤੇ ਜਿਹੜਾ ਕੋਈ ਸ਼ੋਕ ਗਮ ਹੈ ਉਹ ਵੀ ਮਨ ਨੂੰ ਕਹਿੰਦੇ ਬਹੁਤਾ ਛੋਹ ਨਹੀਂ ਸਕਦਾ। ਨਾ ਮਨ ਤੇ ਬਹੁਤੀ ਖੁਸ਼ੀ ਅਸਰ ਕਰਦੀ, ਨਾ ਮਨ ਤੇ ਸ਼ੋਕ ਗਮ ਅਸਰ ਕਰਦਾ, ਦੋਹਾਂ ਵਿੱਚ ਮਨ ਸਮਾਨ ਰਹਿੰਦਾ ਹੈ। ਜਿਉਂਦਾ ਲਕੰਜ ਜਲੰਕਨ ਕੀ, ਇਸ ਤਰ੍ਹਾਂ ਕਮਲ ਦੇ ਪੁੱਤਰਿਆਂ ਉੱਪਰ ਜਲਦੀਆਂ ਜਿਹੜੀਆਂ ਬੂੰਦਾਂ ਹੁੰਦੀਆਂ ਉਹ ਉੱਪਰ ਨਰਲੇਪ ਰਹਿੰਦੇ ਪੁੱਤਰੇ, ਜਲ ਦੀ ਬੂੰਦ ਦੀ ਡਿੱਗੀ ਝਟਪਟ ਹੀ ਉਹ ਹੇਠਾਂ ਡਿੱਗ ਪੈਂਦੀ ਹੈ। ਏਕ ਸੇ ਆਨੰਦ ਮੈਂ ਮਗਨ, ਇੱਕ ਰਾਸ ਆਪਣੇ ਆਨੰਦ ਵਿੱਚ ਹੀ ਲਵਲੀਨ ਰਹਿੰਦੇ, ਮਸਤ ਰਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ। ਜਗ ਤਾਰਨ ਲੀਲਾ ਕਰੇ ਤਨ ਕੀ, ਸੰਸਾਰ ਨੂੰ ਉਤਾਰਨ ਵਾਸਤੇ ਆਪਣੀ ਸ੍ਰੀ ਦੀ ਲੀਲਾ ਜਿਹੜੀ ਤਰ੍ਹਾਂ ਤਰ੍ਹਾਂ ਦੀ ਕਰਦੇ ਹਨ। ਐਸੇ ਗੁਰੂ ਕੀ ਜੋ ਸਤ ਸੰਗਤ, ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੋਈ ਸਤ ਸੰਗਤ ਹੈ, ਸੇਵਤ ਕਿਆ ਉਪਮਾ ਤਿਨ ਕੀ, ਜਿਹੜੇ ਕੋਈ ਸੇਵਦੇ ਸਤਸੰਗਤ ਕਰਦੇ ਉਹਨਾਂ ਸਤਸੰਗੀਆਂ ਵੀ ਮੈਂ ਕੀ ਉਪਮਾ ਆਖਾਂ। ਦੋਹਰਾ ਉਦਾਸੀਨ ਵ੍ਰਿਤ ਮੈਂ ਸਦਾ, ਗੁਰੂ ਮਹਾਰਾਜ ਹਮੇਸ਼ਾ ਜਿਹੜੀ ਮਨ ਬਿਰਤੀ ਹੈ ਉਹ ਪ੍ਰਾਮ ਜੀ ਰੱਖਦੇ ਹੈ। ਸ੍ਰੀ ਬੇਦੀ ਕੁਲ ਕੇਤ, ਜੋ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹਨ। ਅਸਬਿਦ ਦਿਵਸ ਵਿਤਾਵਈ, ਇਸ ਤਰ੍ਹਾਂ ਪ੍ਰਾਮ ਵਰਤੀ ਜੀ ਕਰਕੇ ਆਪਣੇ ਦਿਨ ਬਤੀਤ ਕਰ ਰਹੇ ਹੈ। ਜਗ ਤਾਰਨ ਕੇ ਹੇਤ, ਸੰਸਾਰ ਦੇ ਲੋਕਾਂ ਨੂੰ ਤਾਰਨ ਦੇ ਵਾਸਤੇ। ਕਬਿਤ ਬਹੁਰੋ ਜਰਾਮ ਚੱਲ ਆਇਓ ਸਸੁਰਾਰ ਧਾਮ, ਕੋਈ ਦਿਨਾਂ ਤੋਂ ਬਾਅਦ ਸੁਲਤਾਨਪੁਰ ਤੋਂ ਚੱਲਦਾ ਹੋਇਆ ਜਿਹੜਾ ਜੈ ਰਾਮ ਹੈ ਆਪਣੇ ਸਹੁਰੇ ਘਰ ਆ ਪੁਜਿਆ ਹੈ। ਚਾਕੋ ਅਬਿਰਾਮ ਵੇਖ ਲੈਨੇ ਹਿਤ ਨਾਨਕੀ, ਜਿਹੜਾ ਕਹਿੰਦੇ ਜਿਹੜਾ ਸਰੀਰ ਤੇ ਲਿਬਾਸ ਜਾਂ ਬੜਾ ਸੋਹਣਾ ਚੰਗੇ ਕੱਪੜੇ ਪਾਏ ਹੋਏ ਤੇ ਆਪਣੀ ਪਤਨੀ ਨਾਨਕੀ ਨੂੰ ਲੈਣ ਵਾਸਤੇ ਆ ਪਹੁੰਚਾ। ਸੁਨ ਕੈ ਬੁਲਾਰ ਨੇ ਬੁਲਾਏ ਪਠਾ ਤਾਤਕਾਲ, ਜਦੋਂ ਰਾਏ ਬੁਲਾਰ ਨੇ ਸੁਣਿਆ ਵੀ ਜੈ ਰਾਮ ਆਇਆ ਹੈ, ਉਸੇ ਵੇਲੇ ਆਪਣੇ ਕੋਲ ਬੁਲਾਉਣ ਵਾਸਤੇ ਇੱਕ ਸੇਵਕ ਨੂੰ ਭੇਜਿਆ ਹੈ। ਆਏ ਮਿਲਿਓ ਭਲੀ ਰੀਤ ਕਰੀ ਸਨਮਾਨ ਕੀ, ਉਸੇ ਵੇਲੇ ਜੈ ਰਾਮ ਰਾਏ ਲਾਇਬ ਨੂੰ ਆ ਮਿਲਿਆ ਹੈ। ਇਸ ਤਰ੍ਹਾਂ ਕਹਿੰਦੇ ਸਨਮਾਨ ਦੀ ਜਿਹੜੀ ਰੀਤੀ ਹੈ ਕੀਤੀ ਹੈ। ਕੁਸ਼ਲ ਪ੍ਰਸੰਗ ਕਰ ਹਿਰਦੈ ਮੈਂ ਆਨੰਦ ਧਰ, ਇੱਕ ਦੂਸਰੇ ਨੂੰ ਆਨੰਦ ਰਾਜੀ ਖੁਸ਼ੀ ਪੁੱਛ ਕੇ ਹਿਰਦੇ ਵਿੱਚ ਆਨੰਦ ਧਾਰਿਆ ਹੈ। ਬੋਲਿਓ ਸਮਝਾਨ ਹਿਤ ਬਿਦ ਗਤ ਦਾਨ ਕੀ, ਇਹ ਰਾਏ ਬੁਲਾਰ ਕਹਿੰਦੇ ਸਮਝਾਉਣ ਵਾਸਤੇ ਬੁਝਿਆ ਹੈ। ਜੋ ਮੁਕਤੀ ਦਾਤੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੰਬੰਧ ਵਿੱਚ ਕਲਾਵਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ, ਵੇ ਜੈ ਰਾਮ ਜੋ ਗੁਰੂ ਨਾਨਕ ਸਾਹਿਬ ਜੀ ਸੁਰ ਸੁਜਾਨ ਚੰਗੀ ਤਰ੍ਹਾਂ ਮੰਨ ਲਾ, ਉਹ ਬੜੀਆਂ ਕਲਾ ਵਾਲੇ ਸ਼ਕਤੀਆਂ ਵਾਲੇ ਹਨ। ਕਲ ਹੈ ਕਰਤ ਕਾਲੂ ਸਮਝ ਨਾ ਸਿਆਨ ਕੀ, ਇਹਨਾਂ ਦਾ ਜਿਹੜਾ ਪੋ ਹੈ ਨਾ ਉਹ ਕਹਿੰਦੇ ਸਿਆਣਿਆਂ ਵਾਲੀ ਇਹਨੂੰ ਸਮਝ ਹੈ ਨਹੀਂ ਹੈ, ਇਹਨਾਂ ਨਾਲ ਬੜੀ ਹਮੇਸ਼ਾ ਲੜਾਈ ਕਰਦਾ ਹੀ ਹੈ ਉਹ। ਮੇਰੋ ਕਹਿਓ ਮਾਨ ਨਿਜ ਰਾਖੋ ਘਰ ਮਾਨ ਸਨ, ਵੀ ਜੈ ਰਾਮ ਤੂੰ ਮੇਰਾ ਕਿਹਾ ਮੰਨ, ਤੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਸਨਮਾਨ ਸਹਿਤ ਰੱਖ। ਉਤੇ ਕਿਤ ਥਾਨ ਵੇਦ ਵਿਆਹ ਕੀ ਮਿਲੀਜੀਏ, ਉਧਰੇ ਕਿਤੇ ਇਹਨਾਂ ਦੇ ਵਿਆਹ ਦੀ ਕਹਿੰਦੇ ਤੂੰ ਵਿਧੀ ਮਿਲਾ ਲਈ, ਉੱਥੇ ਕਿਤੇ ਰਿਸ਼ਤਾ ਦੇ ਕੇ ਇਹਨਾਂ ਵਿਆਹ ਵੀ ਕਰਦੇ ਵੀ ਤੂੰ। ਸੇਵੋ ਸਭ ਭਾਂਤ ਸੋ ਮਿਟਾਏ ਮਨ ਭਰਾਤ ਮੀਤ, ਵੀ ਜੈ ਰਾਮ ਸਭ ਤਰ੍ਹਾਂ ਕਰਕੇ ਇਹਨਾਂ ਦੀ ਸੇਵਾ ਕਰੀ ਤੂੰ, ਮਨ ਦੇ ਵਿੱਚ ਭਰਾਤੀ ਮਿਟਾ ਕੇ ਭਾਵ ਸੰਸਾ ਮਿਟਾ ਕੇ। ਭੂਲ ਹੋਣਾ ਪ੍ਰਤਕੂਲ ਹੋਣੀ ਮਤ ਕੀਜੀਏ, ਆ ਕਹਿੰਦੇ ਭੁੱਲ ਕੇ ਵੀ ਇਹਨਾਂ ਤੋਂ ਜਿਹੜੀ ਕੋਈ ਉਲਟੀ ਹੋਣ ਵਾਲੀ ਬੁੱਧੀ ਉਹ ਤੂੰ ਨਾ ਕਰੀਏ, ਬੁੱਧੀ ਕਰਕੇ ਕਦੋਂ ਤੂੰ ਵੀ ਉਲਟਣਾ ਇਹਨਾਂ ਤੋਂ ਹੋਵੇਂ। ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ, ਜੇ ਕੋਈ ਸਵਾਰਥ ਤੂੰ ਆਪਣਾ ਪ੍ਰਯੋਜਨ ਮਤਲਬ ਪੂਰਾ ਕਰਨਾ ਚਾਹੁੰਦਾ ਹੈ, ਇਸੇ ਤਰ੍ਹਾਂ ਜੇ ਤੂੰ ਪਰਮਾਰਥ ਜਿਹੜਾ ਕੋਈ ਪਰਮ ਅਰਥ ਹੈ ਜਨਮ ਮਰਨ ਦਾ ਨਿਵਰਤੀ ਦਾ ਦੁੱਖ ਹੈ ਉਹਨੂੰ ਨਿਵਰਤ ਕਰਿਆ ਚਾਹੁੰਦਾ ਹੈ, ਜਨ ਪਦਾਰਥ ਨੂੰ ਸਫਲ ਕਰਿਆ ਚਾਹੁੰਦਾ ਹੈ। ਪਰਮਾਰਥ ਵਿੱਚ ਸਭ ਤੋਂ ਵੱਡਾ ਜਿਹੜਾ ਪਰਮਾਰਥ ਹੈ ਉਹ ਹੈ ਜਨਮ ਮਰਨ ਦੀ ਦੁੱਖ ਦੀ ਨਿਵਰਤੀ, ਪਰਮਾਨੰਦ ਕੀ ਪ੍ਰਾਪਤੀ। ਤੇ ਆਪਣਾ ਜਿਹੜਾ ਕੋਈ ਸੰਸਾਰੀ ਮਤਲਬ ਜੇ ਤੂੰ ਪੂਰਾ ਕਰਿਆ ਚਾਹਣਾ ਹੈ, ਚਾਹੋ ਜੇ ਸਕਾਰ ਥਾ ਤੋ ਨੀਕੇ ਲੱਖ ਲੀਜੀਏ, ਜੇ ਤੂੰ ਇਹ ਆਪਣੇ ਆਪ ਨੂੰ ਸਫਲ ਕਰਿਆ ਚਾਹਣਾ ਤਾਂ ਚੰਗੀ ਤਰ੍ਹਾਂ ਜਾਣ ਲਈਏ। ਇੱਕ ਤੋ ਕਹਿਨ ਮੇਰੋ ਦੂਜੇ ਸਨ ਬੰਧ ਤੇਰੋ, ਇੱਕ ਤਾਂ ਕਹਿੰਦੇ ਮੇਰਾ ਤੈਨੂੰ ਕਹਿਣਾ ਹੈ, ਦੂਜਾ ਕਹਿੰਦੇ ਸਾਰੀ ਸੰਸਾਰੀ ਸੰਬੰਧ ਵੀ ਹੈ ਤੇਰਾ ਇਹਨਾਂ ਨਾਲ। ਤੀਜੇ ਨਿਜ ਭਲਾ ਹੇਰੋ ਸੇਵਾ ਮੈਂ ਪ੍ਰਸੀਜੀਏ, ਤੀਜੀ ਗੱਲ ਇਹ ਹੈ ਕਹਿੰਦੇ ਤੂੰ ਸੇਵਾ ਕਰਕੇ ਪ੍ਰਸੰਨ ਇਹਨਾਂ ਨੂੰ ਕਰੀ, ਤੇਰਾ
ਆਪਣਾ ਭਲਾ ਹੋਊਗਾ। ਦੋਹਰਾ ਕਲਹੀ ਕਾਲੂ ਕਲਹਿ ਕਰ। ਇਧਰ ਜਿਹੜਾ ਕਾਲੂ ਹੈ ਨਾ ਇਹ ਕਹਿੰਦੇ ਉਹ ਹਮੇਸ਼ਾ ਕਹਿੰਦੇ ਕਲਹ ਕਰ, ਲੜਾਈ ਕਰਦਾ ਹੈ ਤੇ ਲੜਾਈ ਹਮੇਸ਼ਾ ਸ਼ੁਰੂ ਰੱਖਦਾ ਹੈ। ਜਾਂ ਤੇ ਰਹਿ ਉਦਾਸ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਓ ਲੋਂ ਹਮੇਸ਼ਾ ਉਪਰਾਮ ਰਹਿੰਦੇ ਹੈ। ਜਾਹੋ ਜਬਹਿ ਨਿਜ ਸਦਨ ਕੋ। ਏ ਜੈ ਰਾਮ, ਹੁਣ ਜਿਸ ਵੇਲੇ ਤੂੰ ਆਪਣੀ ਪਤਨੀ ਨੂੰ ਲੈ ਕੇ ਆਪਣੇ ਘਰਾਂ ਚਲਾ ਜਾਵੇਂਗਾ, ਪੁਨ ਪਠਵਾਹੁ ਤੁਮ ਪਾਸ। ਕੁਝ ਦਿਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਕੋਈ ਨਾ ਕੋਈ ਢੰਗ ਤਰੀਕੇ ਨਾਲ ਤੇਰੇ ਕੋਲ ਭੇਜਾਂਗਾ। ਸਵਈਆ ਜੈ ਰਾਮ ਤਬੈ ਹਰ ਖਾਏ ਹਿਰਦੇ। ਰਾਏ ਬੁਲਾਰਤ ਸੁਣ ਕੇ ਜਿਹੜਾ ਜੈ ਰਾਮ ਹੈ ਆਪਣੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਿਆ। ਕਹਿ ਭਾਗ ਜੱਗੇ ਆਪਣੇ ਵੱਡ ਜਨ। ਕਹਿਣ ਲੱਗਾ, ਹੈ ਰਾਏ ਬੁਲਾਰ ਜੀ, ਜੇ ਇਹ ਗੱਲ ਹੋ ਜਾਏ ਗੁਰੂ ਨਾਨਕ ਸਾਹਿਬ ਮੇਰੇ ਘਰੇ ਆ ਜਾਣ, ਮੈਂ ਤਾਂ ਆਪਣੇ ਬਹੁਤ ਚੰਗੇ ਵੱਡੇ ਭਾਗ ਜਾਗੇ ਜਾਣਾਗਾ। ਜਿਨਕੀ ਉਪਮਾ ਤੁਮ ਆਪ ਕਰੋ। ਇਹ ਰਾਏ ਬੁਲਾਰ ਜੀ, ਜਿਸ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਤੁਸੀਂ ਆਪ ਕਰ ਰਹੇ ਹੋ, ਸੋ ਚੱਲੈ ਮਮ ਧਾਮ ਕਿਰਤਾਰਥ ਮਨ। ਜੋ ਕਿਤੇ ਮੇਰੇ ਘਰੇ ਚਲੇ ਜਾਣ, ਮੈਂ ਤਾਂ ਆਪਣੇ ਆਪ ਨੂੰ ਕਰਤਾਰ ਸਮਝਾਂਗਾ, ਸਫਲ ਮੰਨਾਂਗਾ। ਧਨ ਤੇ ਮਨ ਤੇ ਜਨ ਤੇ। ਇਹ ਰਾਏ ਬੁਲਾਰ ਕੰਨ ਕਰਕੇ ਵੀ, ਸ਼ੀਰ ਕਰਕੇ ਵੀ, ਮਨ ਕਰਕੇ, ਜਿਹੜੇ ਘਰ ਦੇ ਦਾਸ ਉਹਨਾਂ ਕਰਕੇ ਵੀ, ਸਭ ਆਇਸ ਮੈਂ ਤਿੰਨ ਕੀ ਸਿਰ ਠਾਨੋ। ਸਾਰੀਆਂ ਆਗਾਂ ਮੈਂ ਇਹਨਾਂ ਦੀਆਂ ਸਿਰ ਮੱਥੇ ਮੱਲਿਆ ਕਰਾਂਗਾ। ਕਹਿਓ ਉਠ ਬੰਦਨ ਕੀਨ ਬੁਲਾਰ। ਜੈ ਰਾਮ ਨੇ ਇਸ ਤਰ੍ਹਾਂ ਰਾਏ ਬੁਲਾਰ ਨੂੰ ਕਹਿ ਕੇ ਬਜ਼ੁਰਗ ਜਾਣ ਕੇ ਉੱਠਣ ਸਮੇਂ ਨਮਸਕਾਰ ਕੀਤੀ। ਹੋਏ ਵਿਦਾਸੁ ਨਿਕੇਤ ਸਿਧਾਨੋ। ਰਾਏ ਬੁਲਾਰ ਪਾਸੋਂ ਵਿਦਾ ਹੋ ਕੇ ਆਪਣੀ ਪਤਨੀ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਜੈ ਰਾਮ। ਸੋਰਠਾ ਲੀਨ ਭਾਰ ਜਾ ਸਾਥ। ਆਪਣੀ ਪਤਨੀ ਨੂੰ ਨਾਲ ਲੈ ਲਿਆ ਜੈ ਰਾਮ ਨੇ। ਡੋਲੇ ਮਹਿ ਚੜਵਾਏ ਕਰ। ਇਸ ਤਰ੍ਹਾਂ ਜਿਹੜਾ ਸੋਹਣਾ ਡੋਲਾ ਉਹਦੇ ਤੇ ਚੜਵਾ ਲਿਆ ਹੈ। ਮਿਲ ਸ੍ਰੀ ਨਾਨਕ ਸਾਥ। ਉਸ ਤੋਂ ਬਾਅਦ ਜੈ ਰਾਮ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਿਆ ਜੁੜਿਆ। ਸਾਸ ਸਸੁਰ ਕੋ ਨਮੋ ਕਰ। ਆਪਣੀ ਸੱਸ ਤ੍ਰਿਪਤਾ ਨੂੰ, ਸਹੁਰੇ ਕਾਲੂ ਜੀ ਨੂੰ, ਸੰਸਾਰ ਰੀਤੀ ਅਨੁਸਾਰ ਨੂੰ ਜੈ ਰਾਮ ਨੇ ਨਮਸਕਾਰ ਕੀਤੀ। ਸਨੇ ਸਨੇ ਪ੍ਰਸਥਾਨ। ਹੌਲੀ ਹੌਲੀ ਚੱਲੇ ਹਨ। ਯੁਤ ਦਾਸਨ ਕੇ ਘਰ ਗਇਓ। ਇਸ ਤਰ੍ਹਾਂ ਆਪਣੇ ਦਾਸਾਂ ਦੇ ਸਮੇਤ ਜੈ ਰਾਮ ਘਰ ਚਲਾ ਗਿਆ ਹੈ। ਸਿਮਰਤ ਸਤਤੁ ਬਖਾਨ। ਮਹਾਰਾਜ ਨੂੰ ਯਾਦ ਕਰਦਾ ਇਸ ਤਰ੍ਹਾਂ ਉਸਤੀ ਕਹਿੰਦਾ ਹੈ। ਸ੍ਰੀ ਨਾਨਕ ਕੋ ਦੰਪਤੀ। ਗੁਰੂ ਨਾਨਕ ਸਾਹਿਬ ਜੀ ਤੇ ਇਸੇ ਤਰ੍ਹਾਂ ਜਿਹੜੇ ਇਧਰ ਦੋਵੇਂ ਜੀ ਹੈ, ਜੈ ਰਾਮ ਤੇ ਨਾਨਕੀ ਆਪੋ ਵਿੱਚ ਹੀ ਮਿਲ ਕੇ ਸਤਿਗੁਰੂ ਦਾ ਜਸ ਕਹਿੰਦੇ ਹੈ। ਸਵਈਆ ਤਾਂ ਪਸਚਾਤ ਰਹੇ ਜਸ ਭਾਂਤ। ਜਦੋਂ ਜਵੇਂ ਰਾਮ ਆਪਣੀ ਪਤਨੀ ਨੂੰ ਨਾਲ ਲੈ ਕੇ ਸੁਲਤਾਨਪੁਰ ਰਹੇ ਚਲਿਆ ਗਿਆ, ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਰਹੇ। ਕਹੋ ਤਸ ਗਾਥ ਸੁਨੋ ਸੁਖ ਦਾਨੀ। ਇਹ ਸੁਖ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਉਹ ਕਥਾ ਮੈਂ ਕਹਿਣਾ ਤੁਸੀਂ ਸੁਣਾਓ। ਇਹ ਯੋਗ ਕੀ ਰੀਤ ਨਿਕੇਤ ਵਿਖੈ। ਕਹਿੰਦੇ ਆਪਣੇ ਘਰ ਦੇ ਵਿੱਚ ਯੋਗ ਅਭਿਆਸਿਆਂ ਵਾਲੀ, ਯੋਗ ਸਾਧਨਾ ਵਾਲੀ ਰੀਤੀ ਕਰਦੇ, ਭਾਵ ਇਸ ਤਰ੍ਹਾਂ ਅਭਿਆਸ ਕਰਦੇ ਪਰਮੇਸ਼ਰ ਨਾਲ ਹੀ ਜੁੜੇ ਰਹਿੰਦੇ ਆਪ ਜੀ। ਵਰਤੈ ਨਿਰਲੇਪ ਵਿਖੇਪਤਾ ਹਾਨੀ। ਮਨ ਦੀ ਜਿਹੜੀ ਵਿਖੇਪਤਾਈ ਉਹਨੂੰ ਨਾਸ਼ ਕਰਕੇ ਹਮੇਸ਼ਾ ਨਿਰਲੇਪ ਵਰਤਦੇ ਹਨ। ਜੈਸੇ ਵਿਦੇਹ ਰਹਿਓ ਗ੍ਰਸਥ ਆਸ਼ਰਮ ਹੈ। ਇਹ ਗੁਰੂ ਅੰਗਦ ਸਾਹਿਬ ਜੀ, ਜਿਸ ਤਰ੍ਹਾਂ ਜਿਹੜਾ ਜਨਕ ਰਾਜਾ ਹੈ ਉਹ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦਾ, ਕਹਿੰਦੇ ਨਿਰਲੇਪ ਰਿਹਾ ਸੰਗ ਰਿਹਾ ਹੈ। ਅਜਲੋ ਪ੍ਰਤੱਛ ਕਹਾਣੀ। ਕਹਿੰਦੇ ਹੁਣ ਤੱਕ ਜਨਕ ਰਾਜੇ ਦੀ ਜਿਹੜੀ ਕਹਾਣੀ ਪ੍ਰਤੱਖ ਹੈ। ਸਾਰੇ ਲੋਕ ਕਹਿੰਦੇ ਵੀ ਜਿਹੜਾ ਜਨਕ ਰਾਜਾ ਸੀ ਘਰ ਵਿੱਚ ਗ੍ਰਸਥ ਵਿੱਚ ਰਹਿੰਦਿਆ ਹੋਇਆ ਹਮੇਸ਼ਾ ਨਿਰਲੇਪ ਰਿਹਾ, ਅਸੰਗ ਰਿਹਾ ਹੈ। ਪਾਵਕ ਬੀਚ ਵਿਭੂਤ ਛਪੈ। ਉਹ ਇਸ ਤਰ੍ਹਾਂ ਦੀ ਇੱਕ ਵਾਰੀ ਇਹ ਜਨਕ ਰਾਜੇ ਦੀ ਜਿਹੜੀ ਨਿਰਲੇਪ ਅਸੰਗ ਕਿਵੇਂ ਰਿਹਾ ਉਹ ਵਾਰਤਾ ਆਉਂਦੀ ਹੈ। ਜਿਹੜਾ ਇਹ ਵਿਆਸ ਦਾ ਸੁਪੁੱਤਰ ਚੇਲਾ ਸੁਖਦੇਵ ਸੀ, ਇਹ ਜਦੋਂ ਪੜ੍ਹ ਲਿਖ ਗਿਆ, ਸਿਆਣਾ ਬਣ ਗਿਆ, ਤੇ ਫਿਰ ਵਿਆਸ ਕਹਿਣ ਲੱਗਿਆ ਵੀ ਹੁਣ ਤੂੰ ਜੇ ਹੋਰ ਕੋਈ ਸੰਸਾਰ ਦੀ ਸੋਝੀ ਲੈਣੀ ਹੈ, ਪਰਮਾਰਥ ਦੀ ਸਮਝ ਲੈਣੀ ਹੈ, ਦੋਹਾਂ ਵਿੱਚ ਸਿਆਣਾ ਬਣਨਾ ਹੈ, ਤਾਂ ਵੀ ਤੂੰ ਜਨਕ ਰਾਜੇ ਦੀ ਸੰਗਤ ਕਰ, ਉਹਦੇ ਕੋਲ ਜਾ ਕੇ ਰਹਿ। ਤੇ ਸੁਖਦੇਵ ਕਹਿਣ ਲੱਗਾ ਵੀ ਉਹ ਹੈ ਗ੍ਰਸਤੀ, ਗ੍ਰਸਤੀਆਂ ਕੋਲ ਪਰਮਾਰਥ ਕੀ ਹੋਣਾ, ਗਿਆਨ ਕੀ ਹੋਣਾ ਹੈ। ਚਲੋ ਵਿਵਹਾਰ ਤਾਂ ਉਹ ਜਾਣਦੇ ਹੁੰਦੇ ਰਾਜੇ ਮਹਾਰਾਜੇ। ਕਹਿਣ ਲੱਗਾ ਨਹੀਂ, ਜਿਹੜਾ ਕੁਛ ਤੈਨੂੰ ਉਹਦੇ ਕੋਲੋਂ ਹਾਸਲ ਹੋਵੇਗਾ ਉਹ ਮੇਰੇ ਕੋਲੋਂ ਨਹੀਂ ਹੋਣਾ ਹੈ, ਤੂੰ ਰਹਿ ਉਹਦੇ ਕੋਲ। ਪਰ ਇਹਨੂੰ ਆਪਣੇ ਪ੍ਰਗਟ ਪੁਣੇ ਦਾ ਮਾਣ ਸੀ ਵੀ ਮੈਂ ਅਤੀਤ ਸੰਗ ਪੜ੍ਹਿਆ ਲਿਖਿਆ ਹਾਂ, ਮੁਨੀ ਹਾਂ। ਉਹ ਇੱਕ ਗ੍ਰਸਤੀ ਬੰਦਾ ਰਾਜਾ,
ਉਹ ਮੇਰੇ ਤੋਂ ਭਲਾ ਕਿਵੇਂ ਉੱਚੇ ਉੱਚਾ ਮਹਾਨ ਹੋ ਸਕਦਾ ਹੈ। ਤੇ ਚਲਿਆ ਤਾਂ ਗਿਆ ਅੰਦਰ, ਬੜਾ ਅਭਿਮਾਨ ਜੈ ਪ੍ਰਗਟ ਪੁਣੇ ਦਾ। ਉਧਰ ਰਾਜਾ ਹੁਣ ਜਨ ਗਿਆਨਵਾਨ ਸੀ, ਤੇ ਇਹਨੂੰ ਰਸਤੇ ਤੇ ਲਿਆਉਣੇ ਦਾ ਮਾਂਝਾ ਤੋੜਨ ਵਾਸਤੇ ਉਹਨੇ ਆਪਣੀ ਉਸ ਸ਼ਕਤੀ ਨਾਲ ਖੇਡ ਜੀ ਵਰਤਾ ਦਿੱਤੀ। ਉਸ ਵੇਲੇ ਇਸ ਨੂੰ ਆਪਣੇ ਕੋਲ ਬੁਲਾ ਲਿਆ ਹੈ ਤੇ ਆਪਣੀ ਚਿੱਪੀ ਜੀ ਔਰ ਜਿਹੜਾ ਕੋਈ ਡੰਡਾ ਡੁੰਡਾ ਜਾਏ, ਜਿਹੜੀ ਉੱਪਰ ਲੋਈ ਜੀ ਲੈਣ ਵਾਲੀ, ਉਹ ਰੱਖ ਰੁੱਖ ਕੇ ਜਨਕ ਰਾਜੇ ਦੇ ਕੋਲ ਚਲਿਆ ਗਿਆ। ਦਰਵਾਜ਼ੇ ਤੇ ਬਾਹਰ ਰੱਖ ਕੇ ਨਾ ਰਗਤਾ ਅੰਦਰ ਚਲਿਆ ਗਿਆ ਹੈ। ਤੇ ਉਸ ਵੇਲੇ ਬਚਨ ਬਲਾਸ ਸ਼ੁਰੂ ਹੋ ਗਏ। ਇਹ ਉਹ ਕਿਸੇ ਦਾਸ ਨੇ ਆ ਕੇ ਆਖਿਆ ਵੀ ਜਨਕ ਰਾਜਾ, ਤੁਹਾਡੇ ਤਾਂ ਮੰਦਰਾਂ ਨੂੰ ਅੱਗ ਲੱਗ ਗਈ ਹੈ, ਸਣ ਲੱਗ ਪਏ ਹੈ, ਕੋਈ ਯਤਨ ਉਪਰਾਲਾ ਹਰੋ, ਬਚਾਓ ਕਰੋ, ਨਹੀਂ ਤਾਂ ਸਭ ਕੁਝ ਮੰਦਰਾਂ ਵਿੱਚ ਪਿਆ ਸੜ ਮਚ ਜਾਊਗਾ। ਤੇ ਉਹ ਜਨਕ ਰਾਜਾ ਹੁਣ ਉਪਰਾਮ ਸੀ, ਘਰ ਵਿੱਚ ਰਹਿੰਦਾ, ਨਿਰਲੇਪ ਸੀ, ਕੋਈ ਅਸਰ ਨਾ ਉਹਦੇ ਤੇ ਹੋਇਆ। ਤੇ ਜਿਹੜਾ ਸੁਖਦੇਵ ਸੁਣੀ ਸੀ, ਇਹ ਫਿਰ ਉੱਠਣ ਲੱਗਿਆ ਜਨਕ ਰਾਜੇ ਕੋਲੋਂ, ਚੱਲਣ ਲੱਗਿਆ। ਜਨਕ ਰਾਜੇ ਨੇ ਕਿਹਾ, ਕਹਿੰਦੇ ਵੀ ਕੀ ਗੱਲ ਹੈ, ਕਿਉਂ ਚੱਲ ਪਏ? ਕਹਿੰਦਾ ਵੀ ਦੱਸ ਵੀ ਮੰਦਰਾਂ ਨੂੰ ਅੱਗ ਲੱਗ ਗਈ ਹੈ, ਵੀ ਸਭ ਕੁਝ ਸੜ ਮਚ ਜਾਊਗਾ। ਮੇਰੀ ਦਰਵਾਜ਼ੇ ਦੇ ਨਾਲ ਹੀ ਉੱਥੇ ਚਿੱਪੀ ਪਈ ਹੈ, ਲੰਗੋਟੀ ਪਈ ਹੈ, ਹੋਰ ਪਿਆ ਪੂਰੀ ਭਾਰੀ ਜੀ, ਕਿਤੇ ਵਿੱਚ ਨਾ ਸੜ ਜੇ। ਤੇ ਮੈਂ ਇਸ ਕਰਕੇ ਉਹ ਚੱਲਿਆ ਵੀ ਉਹ ਮੈਨੂੰ ਪਾਸੇ ਕਰਿਆ। ਉਹ ਹੱਸ ਕੇ ਕਹਿੰਦਾ ਵੀ ਗ੍ਰਸਤੀ ਤੂੰ ਹੈ ਕਿ ਗ੍ਰਸਤੀ ਮੈਂ? ਤੂੰ ਫਸਿਆ ਪਿਆ ਨਾ ਲੰਗੋਟੀ ਵਿੱਚ ਤੇ ਧੁੰਬੀ ਵਿੱਚ, ਕੇ ਮੈਂ ਸਾਰੇ ਮੰਦਰ ਸੜੀ ਜਾਂਦੇ, ਮੈਂ ਤਾਂ ਬੋਝ ਨਾਲ ਬੈਠਾ। ਇਹ ਸਰਦਾ ਸੜੇ ਨੇ, ਸੜਨਾ ਹੀ ਹੈ, ਸਰੀਰ ਨੇ ਵੀ ਮਚਣਾ ਹੀ ਹੈ ਇੱਕ ਦਿਨ ਲੱਗਣਾ। ਜੇ ਮਕਾਨ ਲੜ ਗਿਆ ਤਾਂ ਫੇਰ ਕੀ ਹੈ? ਇਸ ਕਰਕੇ ਮੈਂ ਨਿਰਮੋਹ ਹੈ, ਨਿਰਲੇਪ ਹੈ, ਤੂੰ ਦਰਖਤ ਬਣ ਕੇ ਫੇਰਾ ਲੈ। ਜੇ ਲੰਗੋਟੀ ਵਿੱਚ ਫਸਿਆ ਪਿਆ, ਢਿੱਲੇ ਜੇ ਬੁੱਲ ਕਰ ਲੈ, ਗੱਲ ਤਾਂ ਠੀਕ ਕਹਿੰਦਾ। ਇਹਦੇ ਮੰਦਰ ਸੜੀ ਜਾਂਦੇ ਆ, ਸਾਰਾ ਘਰ ਵਿੱਚ ਜੋ ਪਿਆ ਉਹ ਸੜੀ ਮਚ ਜਾਂਦਾ ਹੈ, ਨਿਰਲੇਪ ਬੈਠਾ ਹੈ, ਤੇ ਮੈਂ ਆਪਣੀ ਸੋਟੀ ਲੰਗੋਰੀ ਪਿੱਛੇ ਭੱਜਦਾ ਹੈ। ਸੋ ਇਸ ਕਰਕੇ ਇੱਥੇ ਉਹ ਭਾਈ ਬਾਲਾ ਜੀ ਇਹ ਦ੍ਰਿਸ਼ਟਾਂਤ ਪ੍ਰਮਾਣ ਦਿੰਦੇ, ਸਾਖੀ ਸੁਣਾਉਂਦੇ ਵੀ ਜਿਸ ਤਰ੍ਹਾਂ ਉਹ ਵਧੇ ਜਨਕ ਰਾਜਾ ਘਰ ਵਿੱਚ ਰਹਿੰਦਾ, ਗ੍ਰਸਤ ਵਿੱਚ ਰਹਿੰਦੇ ਆ, ਕਹਿੰਦੇ ਉਹ ਨਿਰਲੇਪ ਰਿਹਾ ਸੀ। ਕਹਿੰਦੇ ਅੱਜ ਤੱਕ ਉਹਦੀ ਕਹਾਣੀ ਹੈ ਵੀ ਰਾਜਾ ਜਨਕ ਬਈ ਉਹ ਨਿਰਲੇਪ ਰਿਹਾ, ਸੰਗ ਰਿਹਾ, ਘਰ ਦੇ ਮੋਹ ਪਰਿਵਾਰ ਵਿੱਚ, ਰਾਜ ਭਾਗ ਦੇ ਜੰਜਾਲ ਵਿੱਚ ਨਹੀਂ ਫਸਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਆਪਣੇ ਘਰ ਵਿੱਚ ਰਹਿ ਕੇ ਗ੍ਰਸਤੀ ਬਣ ਕੇ ਮੋਹ ਵਿੱਚ ਨਹੀਂ ਫਸੇ ਹਨ। ਪਾਵਕ ਬੀਚ ਵਿਭੂਤ ਛਪੈ, ਜਿਸ ਤਰ੍ਹਾਂ ਅੱਗ ਦੇ ਵਿੱਚ ਜਿਹੜੀ ਵਿਭੂਤੀ ਸੁਆਹ, ਉਹਦੇ ਵਿੱਚ ਜਿਹੜੀ ਅੱਗ ਹੈ ਉਹ ਹਮੇਸ਼ਾ ਗੌਤ ਜੀ ਰਹਿੰਦੀ ਹੈ। ਤਿਵ ਰਾਖੀ ਛਪਾਏ ਕਲਾ ਗੁਣ ਖਾਨੀ, ਐਵੇਂ ਗੁਣਾਂ ਦੇ ਖਾਨ ਸਤਿਗੁਰੂ ਨੇ ਆਪਣੇ ਸਰੀਰ ਦੇ ਵਿੱਚ ਜਿੰਨੀ ਕਹਿੰਦੇ ਤਾਕਤ ਹੈ ਉਹਨੂੰ ਲੁਕੋ ਕੇ ਰੱਖਿਆ, ਜਣਾਉਂਦਾ ਹੀ ਨਹੀਂ ਕਿਸੇ ਨੂੰ। ਪਿਓ ਭਾਵੇਂ ਗਾਲਾਂ ਕੱਢਦਾ, ਬੁਰਾ ਭਲਾ ਕਹਿੰਦਾ, ਨਹੀਂ ਤਾਂ ਸਮਰੱਥ ਗੁਰੂ ਸੀ। ਬੜਾ ਜਿਹਾ ਬਚਨ ਕਹਿੰਦੇ ਘਾਲੂ ਹੁਣੀ ਕਿਧਰੇ ਉੱਡ ਜਾਂਦੇ, ਪਰ ਉਹ ਨਹੀਂ, ਜਿਵੇਂ ਉਹ ਸਾਰਾ ਕੁਝ ਛਪਾਇਆ ਹੈ ਵੀ ਅਸੀਂ ਪੁੱਤਰ ਬਣ ਕੇ ਇਹਦਾ ਦਿਖਾ ਰਹੇ ਹਾਂ। ਉਹ ਕਾਲਣਾ ਕਮਾਈ ਕੀਤੀ ਹੈ, ਇੱਛਾ ਸੀ ਮੇਰੇ ਘਰ ਦੇ ਵਿੱਚ ਭਗਵਾਨ ਪੈਦਾ ਹੋਣ, ਮੇਰਾ ਨਾਂ ਕੁਲ ਦਾ ਰੋਸ਼ਨ ਹੋਵੇ। ਇਸ ਕਰਕੇ ਸਵਾਂਗ ਜਾ ਧਾਰਿਆ ਹੈ, ਪੁੱਤਰ ਬਣ ਕੇ ਰਹਿ ਰਿਹਾ, ਉਸੇ ਤਰ੍ਹਾਂ ਹੀ ਕਰ ਕਰਾਰੇ। ਮਹਾਰਾਜ ਨੇ ਸਾਰੀਆਂ ਸ਼ਕਤੀਆਂ ਨੂੰ ਕਹਿੰਦੇ ਲੁਕੋਇਆ ਹੋਇਆ ਹੈ। ਸੋਰਠਾ ਲੱਖ ਨਾ ਸਕ ਹੈ ਅਨਜਾਨ, ਜਿਹੜਾ ਬੇਸਮਝ ਬੰਦਾ ਉਹ ਤਾਂ ਜਾਣ ਹੀ ਨਹੀਂ ਸਕਦਾ ਹੈ। ਬਕ ਹੈ ਸੇ ਅਸਮਿਲ ਪਰਸ ਪਰ, ਆਪੋ ਵਿੱਚ ਹੀ ਮਿਲ ਕੇ ਨਾ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਇਉਂ ਬਕਵਾਸ ਮਾਰਦੇ। ਕਾਜ ਕਠਨ ਜਗ ਜਾਨ, ਕਹਿੰਦੇ ਵੀ ਜਿਹੜਾ ਗੁਰੂ ਨਾਨਕ ਨੇ ਸੰਸਾਰ ਦੇ ਕੰਮਾਂ ਨੂੰ ਔਖੇ ਜੇ ਸਮਝ ਕੇ ਜਾਣ ਕੇ, ਬਿਨ ਮਤ ਹੋਏ ਨ ਆਵਈ, ਕਿਉਂਕਿ ਇਹਨਾਂ ਨੂੰ ਅਕਲ ਮਤ ਹੈ ਨਹੀਂ ਗੀ ਹੈ। ਅਕਲ ਮਤ ਤੋਂ ਬਿਨਾਂ ਕਹਿੰਦੇ ਜਿਹੜੇ ਕੰਮ ਹੈ ਕਰਨੇ ਨਹੀਂ ਆਉਂਦੇ। ਇਸ ਕਰਕੇ ਔਖੇ ਜੇ ਕੰਮ ਸੰਸਾਰ ਦੇ ਜਾਣ ਕੇ ਇਹ ਹੁਣ ਕਹਿੰਦੇ ਪਾਸੇ ਹੀ ਰਹਿੰਦਾ ਹੈ। ਸ੍ਰੀ ਬੇਦੀ ਕੁਲ ਚੰਦ, ਕਿਉਂ ਜੋ ਬੇਦੀਆਂ ਦੇ ਕੁਲ ਦੇ ਚੰਦਰਮਾ ਰੂਪ ਸਤਿਗੁਰੂ ਹੈ। ਰਹਿਤ ਸਮਾਨ ਸੁਭਾਏ ਮੈਂ, ਇਹੋ ਜਿਹੀਆਂ ਗੱਲਾਂ ਦੀਆਂ ਬਕਵਾਸ ਦੀਆਂ ਸੁਣ ਕੇ ਸੁਤਾ ਸੁਭਾਅ ਆਪਣੀ ਮੌਜ ਵਿੱਚ ਹੀ ਰਹਿੰਦੇ, ਕੋਈ ਅਸਰ ਨਹੀਂ ਉਹਨਾਂ ਤੇ। ਕਮਲਨ ਸੇ ਮਤ ਮੰਦ, ਜਿਹੜੇ ਭੈੜੀ ਮਤ ਵਾਲੇ ਆ ਉਹ ਕਮਲ ਵਰਗੇ ਹੈ, ਜਿਵੇਂ ਉਹ ਚੰਦਰਮਾ ਨੂੰ ਦੇਖ ਕੇ ਕਮਲ ਮੁਰਝਾ ਜਾਂਦੇ।
ਉਹ ਕਹਿੰਦੇ ਮਹਾਰਾਜ ਨੂੰ ਦੇਖ ਕੇ ਜਿਹੜੇ ਅਕਲ ਬੇਅਕਲ ਲੋਕ ਮੁਰਝਾਏ ਰਹਿੰਦੇ ਆ, ਉਹ ਖਿੜਦੇ ਨਹੀਂ, ਖੁਸ਼ ਨਹੀਂ ਹੁੰਦੇ ਹਨ। ਕੈਸੇ ਸਕ ਹੈ ਪਛਾਨ ਸੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿਵੇਂ ਉਹ ਪਛਾਣ ਸਕਣ ਵੀ ਇਹ ਤਾਂ ਆਪ ਨਰੈਣ ਕਲਾ ਧਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਲ ਪੁਨੋਆ। ਵੀ ਉਹ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਕੋਈ ਪਛਾਣ ਸਕਣ ਜਿਹੜੇ ਕਹਿੰਦੇ ਕਮਲ ਵਾਂਗੂ ਮੁਰਝਾਏ ਹੋਏ ਆ, ਬੰਦ ਹੋਏ ਆ, ਬੇਮੁਖ ਲੋਕ ਹਨ। ਧਰਮ ਧੁਰੀਨ ਅਗਾਧ, ਗੁਰੂ ਨਾਨਕ ਸਾਹਿਬ ਜੀ ਧਰਮ ਦੇ ਕਹਿੰਦੇ ਤੁਰਾਰੂ ਹਾਸ ਧੋ ਰਹਿਤ ਹਨ। ਅਸਵਿਦ ਸਮਾਂ ਬਿਤਾਵੇ, ਇਸ ਤਰ੍ਹਾਂ ਕਹਿੰਦੇ ਲੋਕਾਂ ਦਾ ਬਕਵਾਸ ਜਾਂ ਸੁਣ ਕੇ ਕੋਈ ਅਸਰ ਨਹੀਂ, ਆਪਣਾ ਸਮਾਂ ਬਤੀਤ ਕਰਦੇ ਆ। ਚੱਲ ਕਰ ਆਇਓ ਸਾਧ, ਇੱਕ ਦਿਨ ਦੀ ਗੱਲ ਹੈ, ਬਾਹਰੋਂ ਕੋਈ ਸਾਧੂ ਚੱਲ ਕੇ ਰਾਏ ਭੋਏ ਦੀ ਤਲਵੰਡੀ ਆ ਪਹੁੰਚਿਆ ਹੈ। ਏਕ ਦਿਵਸ ਤਲਵੰਡੇ ਕਾ, ਗੱਲ ਹੈ ਤਲਵੰਡੀ ਵਿੱਚ। ਕਬਿਤ ਰੀਤ ਤਾਨ ਸੰਤ ਕੀ ਅਤੀਤ ਬੈਠੋ ਆਨ ਇੱਕ, ਕਹਿੰਦੇ ਉਹ ਸਰੀਰ ਦੇ ਉੱਪਰ ਸਾਧੂਆਂ ਵਾਲੀ ਉਹਦੀ ਰੀਤੀ ਹੈ। ਕਹਾਉਂਦਾ ਭਾਵੇਂ ਅਤੀਤ ਹੈ, ਭਾਵੇਂ ਹੈ ਲੱਭੀ ਲਾਲਚੀ ਸੀ, ਤੇ ਉਹ ਆ ਕੇ ਬੈਠਿਆ ਹੈ। ਨਗਰ ਵਹਿਰ ਬਾਰ ਆਸਨ ਡਸਾਏ ਕੇ, ਆਏ ਭੋਏ ਦੀ ਤਲਵੰਡੀ ਤੋਂ ਬਾਹਰ ਚੰਗਾ ਵਧੀਆ ਆਸਨ ਜਿਹਾ ਵਿਛਾ ਕੇ ਬੈਠ ਗਿਆ ਇਹ ਸੰਤ। ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ, ਉਸੇ ਸਮੇਂ ਕਹਿੰਦੇ ਸੁਤੇ ਸੁਭਾ ਗੁਰੂ ਨਾਨਕ ਸਾਹਿਬ ਜੀ ਉਧਰ ਨੂੰ ਕਿਤੇ ਚਲੇ ਗਏ। ਵੈਸ ਕਰਤਾਰ ਤਾਂ ਸੁਣਾਈਏ, ਉਹ ਸਾਧੂ ਨੂੰ ਵੀ ਸਤ ਕਰਤਾਰ ਤਨ ਕਰਤਾਰ ਇਉਂ ਬਚਨ ਸੁਣਾ ਕੇ ਉਹਦੇ ਕੋਲ ਜਾ ਬੈਠੇ ਹਾਂ। ਕੰਚਨ ਕੀ ਮੁੰਦਰ ਕਾ ਸੁਹਾਏ, ਸ਼ਦਰ ਅੰਗੁਰੀ ਮੈਂ, ਉਸ ਵੇਲੇ ਮਹਾਰਾਜ ਦੇ ਕਹਿੰਦੇ ਜਿਹੜੀ ਹੱਥ ਦੀ ਚੀਚੀ ਜੀ ਹੈ, ਉਹਦੇ ਸੋਨੇ ਦੀ ਇੱਕ ਮੁੰਦਰੀ ਜੀ ਸੋਵੀ ਸੀ। ਲੋਟਾ ਹਾਥ ਲੀਏ ਉਹ ਪਕਾਰੀ ਜੇ ਸੁਭਾਏ ਕੇ, ਆਪਣੇ ਹੱਥ ਵਿੱਚ ਮਹਾਰਾਜ ਦੇ ਲੋਟਾ ਜਾ ਲਿਆ ਹੋਇਆ ਸੀ, ਸੋਨੇ ਦੀ ਮੁੰਦਰੀ ਜੀ ਚੀਚੀ ਵਿੱਚ ਪਾਈ ਸੀ। ਉਹ ਸੁਤੇ ਸਿਰ ਦੀ ਜਿਹੜੇ ਗੁਰੂ ਨਾਨਕ ਸਾਹਿਬ ਪਰਉਪਕਾਰੀ ਹੈ, ਇਹ ਸਾਧੂ ਦੇ ਕੋਲ ਜਾ ਬੈਠੇ, ਸਤ ਕਰਤਾਰ ਧਨ ਕਰਤਾਰ ਕਹਿ ਕੇ। ਬੂਝਤ ਅਤੀਤ ਕੌਣ ਨਾਮ ਤੋ ਬਰਨ ਰੀਤ, ਜਿਹੜਾ ਬ੍ਰਖਤ ਸੰਤ ਹੈ ਨਾ, ਉਹ ਪੁੱਛਣ ਲੱਗਿਆ ਤੁਹਾਡਾ ਨਾਮ ਵੀ ਕੀ ਹੈ ਜੀ, ਤੁਹਾਡੇ ਵਰਨ ਦੀ ਰੀਤੀ ਮਰਜ਼ਾਦਾ ਕੀ ਹੈ। ਕਹੋ ਪਰ ਅਤੀਤ ਨਿਜ ਚੀਤ ਕੀ ਜਨਾਇਕ, ਆਪਣੇ ਚਿੱਤ ਦੀ ਜਿਹੜੀ ਪ੍ਰਤੀਤੀ ਹੈ ਵੀ ਕਿਹੜੇ ਤੇ ਤੁਸੀਂ ਭਰੋਸਾ ਰੱਖਦੇ ਹੋ, ਕਿਹੜੇ ਮਤ ਤੇ ਯਕੀਨ ਰੱਖਦੇ ਹੋ, ਉਹ ਸਾਰਾ ਮੈਨੂੰ ਕਹਿੰਦੇ ਅੰਦਰਲਾ ਖੋਲ ਕੇ ਦੱਸੋ ਜੀ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਨ, ਮਹਾਰਾਜ ਕਹਿੰਦੇ ਵੀ ਸਾਧੂਆ ਸਾਡਾ ਨਾਮ ਨਾਨਕ ਹੈ। ਨਿਰੰਕਾਰ ਨੇ ਜਿਵੇਂ ਸਰੀਰ ਤੇ ਕਹਿੰਦੇ ਲਿਬਾਸ ਬਖਸ਼ਿਆ, ਭੇਖ ਬਖਸ਼ਿਆ, ਉਹੇ ਜਿਹਾ ਅਸੀਂ ਧਾਰਿਆ ਹੋਇਆ। ਭਾਵ ਜਿਵੇਂ ਵਾਹਿਗੁਰੂ ਨੇ ਸਰੀਰ ਬਖਸ਼ਿਆ ਉਸੇ ਤਰ੍ਹਾਂ ਦਾ ਹੈ। ਅਸੀਂ ਕੋਈ ਤੇਰੇ ਮੂੰਹ ਜਟਾਵਾਂ ਜੀਆਂ ਨੇ ਬਣਾਈਆਂ, ਜਾਂ ਜਿਵੇਂ ਕੋਈ ਘੋਣ ਮੋਨ ਜੇ ਹੋ ਜਾਂਦੇ ਆਉਣੀ ਹੋਏ ਹਾਂ, ਜਿਹੋ ਜਿਹਾ ਵਾਹਿਗੁਰੂ ਨੇ ਸਰੀਰ ਬਖਸ਼ਿਆ ਹੋਏ ਜਾਂ ਅਸੀਂ ਸੰਭਾਲ ਕੇ ਰੱਖਿਆ ਹੋਇਆ। ਖੱਤਰੀ ਕੀ ਜਾਤ ਗੋਦ ਬੇਦੀ ਮਾਂ ਮਚਾਨੀ ਹੈ, ਹਾਂ ਖੱਤਰੀਆਂ ਦੀ ਜਾਤ ਹੈ, ਬੇਦੀਆਂ ਦਾ ਵੰਸ਼ ਹੈ, ਉਹ ਜਾਣ ਲਈਏ ਸਾਡਾ। ਕਹੇ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ, ਉਹ ਜਿਹੜਾ ਸੰਤ ਹੈ ਤਰਕ ਜੀ ਮਾਰ ਕੇ ਕਹਿਣ ਲੱਗਿਆ ਤੁਸੀਂ ਆਪ ਹੀ ਨਿਰੰਕਾਰ ਬਣ ਗਏ ਹੋ। ਉੱਤਰ ਬਤਾਏ ਹਮ ਕੌਣ ਤੇ ਪ੍ਰਸੀਨੀਏ, ਕਹਿੰਦੇ ਇਹਦਾ ਜਵਾਬ ਦੱਸੀਏ ਅਸੀਂ ਕਿਹੜੇ ਪ੍ਰਮਾਣ ਕਰਕੇ ਵੀ ਇਸ ਤਰ੍ਹਾਂ ਮੰਨੀਏ ਵੀ ਤੁਸੀਂ ਨਿਰੰਕਾਰ ਹੋ। ਰਾਵਰ ਤੋਂ ਸੰਤ ਰੂਪ ਮਤੋ ਹੈ ਅਨੂਪ ਸ਼ੁਭ, ਮਹਾਰਾਜ ਕਹਿੰਦੇ ਵੀ ਆਪ ਤਾਂ ਸੰਤ ਰੂਪ ਹੈ, ਤੁਹਾਡਾ ਬੜਾ ਅਨੂਪਮ ਉਪਮਾ ਤੋਂ ਰਹਿਤ ਚੰਗਾ ਮਤ ਹੈ। ਭਏ ਨਿਰੰਕਾਰ ਹੂੰ ਕੇ ਭੇਦ ਨਾ ਪਛਾਨੀਏ, ਹਾਂ ਕਹਿੰਦੇ ਜਿਵੇਂ ਤੁਸੀਂ ਨਿਰੰਕਾਰ ਦੇ ਬਣ ਗਏ ਹੋ, ਭੇਦ ਨਹੀਂ ਪਛਾਣੀ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਨਿਰੰਕਾਰ ਦੇ ਬਣ ਗਏ ਹਾਂ। ਐਸੇ ਕਹਿ ਵਾਕ ਲੀਨੀ ਕਰ ਤੇ ਉਤਾਰ ਛਾਪ, ਫਿਰ ਉਹਦੇ ਅੰਦਰ ਸ਼ੀਸ਼ਾ ਸੀ ਵੀ ਆ ਜਿਹੜੀ ਸੋਨੇ ਦੀ ਮੁੰਦਰੀ ਜੀ ਤੇ ਆ ਲੋਟਾ ਜਾ ਮਹਾਰਾਜ ਮੈਨੂੰ ਦੇ ਦੇਣ। ਉਹ ਜਾਣ ਕੇ ਝਟਪਟ ਮਹਾਰਾਜ ਨੇ ਆਪਣੇ ਹੱਥਾਂ ਤੋਂ ਛਾਪ ਜੀ ਲਾ ਲੈਣਾ ਕੀਤੀ ਹੈ। ਲੁੱਟ ਕੇ ਸਮੇਤ ਤਾਹੇ ਦੀਨੀ ਸੁਖ ਦਾਨੀਏ, ਸੁਖ ਦੇਣ ਵਾਲੇ ਸਤਿਗੁਰੂ ਨੇ ਲੋਟੇ ਦੇ ਸਮੇਤ ਹੀ ਉਹਨੂੰ ਛਾਪ ਜੀ ਦੇ ਦਿੱਤੀ, ਮੁੰਦਰੀ ਜੀ ਦੇ ਦਿੱਤੀ। ਕਹੇ ਪੁਨ ਸੰਤ ਹਾਂ ਮੈਂ ਪਹੁੰਚੀ ਸੋ ਲੈ ਹੋਆ, ਅੰਦਰੋਂ ਤਾਂ ਚਾਹੁੰਦਾ ਸੀ, ਉੱਪਰੋਂ ਸੰਤ ਕਹਿਣ ਲੱਗਿਆ ਜੀ ਸਾਨੂੰ ਪਹੁੰਚ ਗਈ ਛਾਪ, ਪਹੁੰਚ ਗਿਆ ਲੋਟਾ, ਹੁਣ ਤੁਸੀਂ ਇਹਨੂੰ ਵਾਪਸ ਲੈ ਲਓ। ਨਹੀਂ ਮੋਹ ਕਾਮ ਨਿਜ ਧਾਮ ਲੈ ਸਿਧਾਈਏ, ਕਿਉਂਕਿ ਮਹਾਰਾਜ ਸੀ ਤਾਂ ਸਾਧੂ ਸੰਤ ਬ੍ਰਗਤ ਹੁੰਦੇ, ਸਾਡੇ ਮੁੰਦਰੀ ਕਿਸ ਕੰਮ ਹੈ,
ਤੇ ਆਪਣੇ ਘਰ ਵਿੱਚ ਹੀ ਲੈ ਕੇ ਚਲੀਏ ਜਾਈਏ। ਏਕ ਬਾਰ ਦੇ ਕਾਰ ਤਾਹੇ ਕੋ ਸੋਲੇ ਹਮ। ਨਾਰਾ ਕਹਿੰਦੇ ਇੱਕ ਵਾਰੀ ਕਿਸੇ ਨੂੰ ਅਸੀਂ ਦੇ ਦਈਏ ਫਿਰ ਉਹਨੂੰ ਪੂਰਾ ਵਾਪਸ ਕਰ ਲਈਏ ਜੇ ਭਲਾ। ਦੇਤ ਕਾਰ ਲੇਤ ਜੌਨ ਧਰਮ ਲਜਾਈਏ। ਜਿਹੜਾ ਪਹਿਲਾਂ ਹੱਥਾਂ ਨਾਲ ਕਿਸੇ ਨੂੰ ਕੋਈ ਚੀਜ਼ ਦੇ ਦਿੰਦਾ ਫਿਰ ਉਹ ਆਪਣੇ ਧਰਮ ਨੂੰ ਲਿਆਵਾਨ ਕਰਦਾ, ਪਾਪਨ ਕਰਕੇ ਫਿਰ ਉਹਨੂੰ ਸ਼ਰਮ ਆਉਣੀ ਹੈ ਜਿਹੜਾ ਲੈ ਕੇ ਵਾਪਸ ਕਰ ਦਿੰਦਾ ਹੈ। ਹੋਏ ਕਾ ਪ੍ਰਸੰਨ ਸੰਤ ਕਹਿਤ ਪ੍ਰਸੰਨ ਵੇਖ। ਉਸ ਵੇਲੇ ਫਿਰ ਪ੍ਰਸੰਨ ਹੋ ਕੇ ਸਾਧੂ ਕਹਿਣ ਲੱਗਿਆ ਤੁਸੀਂ ਤਾਂ ਗੋਤ ਰੂਪ ਲਿਬਾਸ ਵਿੱਚ ਹੋ ਕੇ ਗੋਤ ਰੂਪ ਵਿੱਚ ਹੋ ਕੇ ਲੇਤ ਕਰ ਤਾਰ ਸੁਧ ਐਸ ਜਾਨ ਮੈਂ ਪਾਈਏ। ਤਾਂ ਉਹ ਜਾਣ ਲਿਆ ਵੀ ਕਰਤਾਰ ਹੀ ਕਹਿੰਦੇ ਸਾਡੇ ਵਰਗਿਆਂ ਦੀਆਂ ਲਾਲਚੀਆਂ ਦੀਆਂ ਖਬਰਾਂ ਸਾਰਾ ਲੈਂਦਾ ਫਿਰਦਾ, ਸਾਨੂੰ ਲੋਟੇ ਤੇ ਛਾਪਾਂ ਦਿੰਦਾ ਫਿਰਦਾ, ਉਹ ਕਰਤਾਰ ਹੀ। ਸੰਤ ਤਾਬ ਚਲਿਓ ਗਇਓ ਨਾਨਕ ਸਦਨ ਆਇਓ। ਸਾਧੂ ਤਾਂ ਲੋਟਾ ਤੇ ਛਾਪ ਲੈ ਕੇ ਉੱਥੋਂ ਚਲਿਆ ਗਿਆ। ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਵੱਲ ਨੂੰ ਆ ਗਏ। ਸੁੰਦਰ ਬਦਨ ਨਿਜ ਸਿੱਖ ਸੁਖ ਦਾਈਏ। ਉਹ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਹੈ ਜਿਨ੍ਹਾਂ ਦਾ ਮੁਖੜਾ ਬੜਾ ਸੁੰਦਰ ਹੈ। ਕਾਲੂਕਾਰ ਦੇਖ ਕਹਿਓ ਕੋਪ ਮੈਂ ਵਿਸੇਕ ਮੁਖ। ਕਾਲੂ ਜੀ ਨੇ ਹੱਥ ਵੇ ਨੂੰ ਦੇਖ ਕਰਕੇ ਗੁੱਸੇ ਵਿੱਚ ਵਿਸ਼ੇਸ਼ ਕਰਕੇ ਫਿਰ ਕਿਹਾ ਹੈ ਮੁਖ ਭਾਖ ਦੁਰ ਬਾਚ ਆਬ ਸਾਚ ਕਹੋ ਮੋਹ ਕੋ। ਮੁਖੋਂ ਖੁੱਟੇ ਬਚਨ ਕਹਿਣ ਲੱਗਾ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਸੱਚੋ ਸੱਚ ਤੂੰ ਮੈਨੂੰ ਕਹਿ ਦੱਸ। ਲੋਟਾ ਤੈਂ ਗਵਾਏ ਛਾਪ ਦੀਨੀ ਕੌਣ ਜਾਏ ਸੁਤ। ਉਹ ਲੋਟਾ ਕਿਹਨੂੰ ਕਹਿੰਦਾ ਕਿ ਤੂੰ ਦੇ ਦਿੱਤਾ ਹੈ ਤੇ ਆ ਛਾਪ ਜੀ ਕਿਹਨੂੰ ਦੇ ਕੇ ਗਵਾ ਦਿੱਤੀ ਪੁੱਤਰ। ਸਦਾ ਦੁਖ ਦਾਏ ਮਤ ਆਵਤ ਨ ਤੋਹਿ ਕੋ। ਕਹਿੰਦੇ ਹਮੇਸ਼ਾ ਮੈਨੂੰ ਤਾਂ ਦੁੱਖ ਦੇਣ ਵਾਲਾ ਰਿਹਾ, ਤੈਨੂੰ ਮਾੜਾ ਮੋਟਾ ਵੀ ਅਕਲ ਮਤ ਨਹੀਂ ਆਉਂਦੀ। ਕਹਾ ਲਓ ਪੁਕਾਰ ਨਹਿ ਲੀਨ ਤੈ ਸਮਾਰੋ। ਹਾਂ ਕਹਿੰਦੇ ਕਿੱਥੋਂ ਤੱਕ ਮੈਂ ਇਸ ਤਰ੍ਹਾਂ ਉੱਚੀ ਉੱਚੀ ਬੋਲ ਕੇ ਕਿਹਾ, ਤੂੰ ਕਹਿੰਦੇ ਜਿਹੜਾ ਲਿਆ ਨੂੰ ਸੰਭਾਲਦਾ ਨਹੀਂ ਹੈ। ਭੌਨ ਕੀਨ ਉਜਾਰੋ ਮੁਰ ਕਹਿਓ ਜੇ ਨਾ ਪੋਹਿ ਕੋ। ਕਹਿੰਦੇ ਤੂੰ ਮੇਰਾ ਘਰ ਉਜਾੜ ਸਟਿਆ ਹੈ, ਮੇਰਾ ਕਹਿਆ ਤੈਨੂੰ ਕੋਈ ਪਹੁੰਚਦਾ ਹੀ ਨਹੀਂ, ਅਸਰ ਹੀ ਨਹੀਂ ਕਰਦਾ ਤੇਰੇ ਤੇ। ਇੱਛਾ ਜਹ ਜਈਏ ਹਮ ਧਾਮ ਹੁਣ ਆਈਏ ਨੇ। ਨਾ ਗੁੱਸੇ ਵਿੱਚ ਆਇਆ ਕਾਲੂ ਕਹਿੰਦੇ ਜਿੱਧਰ ਇੱਛਾ ਚਲੇ ਜਾਈਏ ਸਾਡੇ ਮੁੜ ਕੇ ਘਰੇ ਨਾ ਵੜ ਗਏ। ਨਿਜ ਖਈਏ ਜੋ ਕਮਾਈਏ ਕਹਿਓ ਹਿਰਦੈ ਭਾਰ ਸ਼ੋਹਿ ਕੋ। ਇਸ ਤਰ੍ਹਾਂ ਗੁੱਸੇ ਵਿੱਚ ਭਰਿਆ ਹੋਇਆ ਕਹਿੰਦੇ ਆਪਣਾ ਖਾ ਕੇ ਆਪ ਹੀ ਕਮਾ ਲਈਏ, ਮੇਰੇ ਘਰ ਨਾ ਰਹੀਏ, ਜਿੱਧਰ ਜੀ ਕਰਦਾ ਚਲੇ ਜਾਈਏ। ਛੋਟੀ ਜੋ ਕਮਾਈ ਤੇਰੀ ਦੀਨੀ ਤਾ ਗਵਾਏ ਮੇਰੀ। ਤੇਰੀ ਜਿਹੜੀ ਕਮਾਈ ਮੈਂ ਛੱਡ ਦਿੱਤੀ ਹੈ, ਤੂੰ ਤਾਂ ਮੇਰੀ ਵੀ ਕਮਾਈ ਕੀਤੀ ਗਵਾ ਦਿੱਤੀ ਹੈ। ਬਨਜ ਵਿਹਾਰ ਕੀ ਨਾ ਮਤ ਤੇਰੇ ਪਾਸ ਹੈ। ਆ ਜਿਵੇਂ ਕਹਿੰਦੇ ਸੌਦਾ ਪੱਤਾ ਖਰੀਦਣਾ ਫਿਰ ਉਹਨੂੰ ਜਾ ਕੇ ਵੇਚਣਾ ਹੈ ਵਿਵਹਾਰ ਦੀ, ਤਾਂ ਤੈਨੂੰ ਕੋਈ ਤੇਰੇ ਕੋਲ ਅਕਲ ਮਾਤੀ ਹੈ ਨਹੀਂ। ਤੂਸ਼ ਨਹੀਂ ਕਰਤ ਹਾਂ ਬੋਲਤ ਖਪਤ ਨਿਤ। ਮੈਂ ਹਮੇਸ਼ਾ ਕਹਿੰਦੇ ਬੋਲ ਬੋਲ ਕੇ ਖਪਦਾ ਹੈ, ਤੂੰ ਮੁੜ ਕੇ ਮੋਇਨਾ ਚੁੱਪ ਕਰਕੇ ਬੈਠਾ ਰਹਿੰਦਾ। ਮਾਨਤ ਨਾ ਬਾਤ ਕਿਦੋਂ ਦੁੱਖ ਹੀ ਕੀ ਰਾਸ ਹੈ। ਮੇਰੀ ਗੱਲ ਤੂੰ ਕਦੇ ਮੰਨਦਾ ਹੀ ਨਹੀਂ ਹੈ, ਕਹਿੰਦੇ ਪੁੱਤ ਕਾਹਦਾ ਤੂੰ ਤਾਂ ਦੁੱਖਾਂ ਦੀ ਕਹਿੰਦੇ ਪੂੰਜੀ ਹੈ, ਖਾਣ ਹੈ। ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ ਸਭ। ਕਿਸੇ ਕਹਿੰਦੇ ਪੁਰਸ਼ ਨੇ ਰਾਏ ਬਲਾਰ ਦੇ ਕੋਲ ਸਾਰਾ ਕਹਿੰਦੇ ਭੇਤ ਦੱਸ ਦਿੱਤਾ ਹੈ। ਕਾਲੂ ਕੋ ਬੁਲਾਏ ਰਾਏ ਲੀਨ ਤਬ ਆਸ ਹੈ। ਉਸੇ ਵੇਲੇ ਰਾਏ ਬਲਾਰ ਨੇ ਕਾਲੂ ਨੂੰ ਝਟਪਟ ਆਪਣੇ ਕੋਲ ਬੁਲਾ ਲਿਆ, ਸੱਦ ਲਿਆ। ਕਹਾ ਤੋਹੇ ਭਇਓ ਨਹਿ ਮਾਨੈ ਕਿਮ ਕਹਿਓ। ਰਾਏ ਬਲਾਰ ਕਹਿੰਦੇ ਉਹ ਕਾਲੂ ਤੈਨੂੰ ਕੀ ਹੋ ਗਿਆ, ਤੂੰ ਕਿਵੇਂ ਵੀ ਕਿਹਾ ਹੋਇਆ ਮੰਨਦਾ ਹੀ ਨਹੀਂ ਹੈ। ਬਹੁ ਪ੍ਰਾਕ ਸਮਝਾਇਓ ਤੇਰੋ ਗਇਓ ਵਿਸ਼ਵਾਸ ਤੈਨੂੰ ਹੈ। ਕਿੰਨੇ ਵਾਰੀ ਪਹਿਲਾਂ ਮੈਂ ਸਮਝਾਇਆ ਵੀ ਤੇਰੇ ਤੇ ਤਾਂ ਮੇਰਾ ਭਰੋਸਾ ਹੀ ਚਲਿਆ ਗਿਆ ਬੇਅਕਲਾ। ਦੋਹਰਾ ਪੱਥਰ ਤੇ ਨਿਠਰੋ ਅਧਿਕ। ਤੇਰਾ ਜਿਹੜਾ ਹਿਰਦਾ ਕਹਿੰਦੇ ਪੱਥਰ ਨਾਲੋਂ ਵੀ ਕਰੜਾ ਹੈ ਜ਼ਿਆਦਾ। ਜਲ ਮਮ ਬਚ ਕਿਮ ਭੇਦ। ਮੇਰੇ ਜਿਹੜੇ ਬਚਨ ਹੈ ਪਾਣੀ ਵਰਗੇ ਹੈ, ਤੇਰੇ ਹਿਰਦੇ ਨੂੰ ਕਿਵੇਂ ਬਿੰਨਣ ਪੱਥਰ ਨੂੰ। ਨਾਨਕ ਕਦਲੀ ਕੋਮਲ। ਉਧਰ ਗੁਰੂ ਨਾਨਕ ਸਾਹਿਬ ਜੀ ਜਿਵੇਂ ਕੋਮਲ ਕੇਲਾ ਹੁੰਦਾ ਹੈ, ਕੋਮਲ ਹਿਰਦੇ ਵਾਲੇ। ਪੌਨ ਜਿਵੇ ਦੇ ਖੇਦ। ਤੂੰ ਕਹਿੰਦੇ ਹਵਾ ਵਰਗਾ, ਜਿਵੇਂ ਹਵਾ ਕਹਿੰਦੇ ਕੇਲੇ ਨੂੰ ਦੁੱਖ ਦਿੰਦੀ ਹੁੰਦੀ ਨਾ, ਉਹ ਤੂੰ ਦੁੱਖ ਦੇਣ ਵਾਲਾ ਹੈ ਉਹਨਾਂ ਨੂੰ। ਸਵਈਆ ਨਾਨਕ ਤਾਤ ਕਹੀ ਤਬ ਬਾਤ। ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਰਾਏ ਬਲਾਲ ਨੂੰ ਗੱਲ ਜੀ ਕਹੀ। ਸੁਨੋ ਕਰ ਛਾਪ ਹੁਤੀ ਸੁਧ ਪਨਾਹੀ। ਇਹ ਰਾਏ ਬਲਾਲ ਜੀ ਸੁਣੋ, ਕਹਿੰਦੇ ਇਹਨਾਂ ਦੇ ਹੱਥ ਵੀ ਛਾਪ ਹੈ ਸੀ, ਹੁਣ ਇਹਨਾਂ ਨੂੰ ਕੋਈ ਖਬਰਸਾਰ ਹੀ ਨਹੀਂ ਹੈ। ਜਾਣਤ ਨਾ ਹੈ ਨ ਕਾਹੇ ਕਰੀ। ਹਾਂ ਮੈਂ ਨਹੀਂ ਜਾਣਦਾ, ਕਹਿੰਦੇ ਉਹ ਜਿਹੜੀ ਛਾਪ ਹੈ ਉਹਨਾਂ ਨੇ ਉਹਨੇ ਕੀ ਕੀਤਾ ਹੈ। ਕਿਹ ਗੇਰ ਦਈ ਕੇ ਦਈ ਕੇ ਜਾਂ ਸਿਪਾਹੀ। ਤਾਂ ਐਵੇਂ ਕਿਤੇ ਲਾ ਕੇ ਸਿੱਟ ਦੇਈ ਜਾਂ ਕਿਸੇ ਹੱਥਾਂ ਵਿੱਚ ਫੜਾਤੀ ਇਹਨਾਂ ਨੇ। ਹਉ ਅਨਮਾਨਤ ਜਾਣਤ ਹਉ ਮਨ। ਮੈਂ ਤਾਂ ਅਨੁਮਾਨ ਜਾ ਲਾ ਕੇ ਰਾਏ ਬਲਾਲ ਜੀ ਇਉਂ ਜਾਣਦਾ। ਗੋਸ਼ਟੀ ਨਿਤ ਫਕੀਰਨ ਕਾਹੀ। ਉਹ ਕੀ ਅਨੁਮਾਨ ਲਾਇਆ ਵੀ ਜਿਹੜੇ ਫਕੀਰ ਸਾਧੂ ਉਹਨਾਂ ਦੇ ਨਾਲ ਇਹਨਾਂ ਦੇ
ਵਿਚਾਰ ਵਟਾਂਦਰੇ ਹੁੰਦੇ ਰਹਿੰਦੇ, ਉਹਨਾਂ ਨਾਲ ਬੋਲਦੇ ਚੱਲਦੇ ਰਹਿੰਦੇ। ਤੇ ਤਿੰਨ ਕੋ ਨਾ ਬਤਾਵਤ ਹੈ ਪੁਨ, ਉਹਨਾਂ ਸਾਧੂਆਂ ਸੰਤਾਂ ਨੂੰ ਦੇ ਕੇ ਸਭ ਕੁਝ ਫਿਰ ਮੈਨੂੰ ਦੱਸਦੇ ਹੀ ਨਹੀਂ। ਇਹ ਤੂਸ਼ਨ ਧਾਰਤ ਹੈ ਮੁਖ ਮਾਹੀ, ਬਸ ਮੁਖੋਂ ਚੁੱਪ ਹੀ ਤਾਰ ਲੈਂਦੇ ਹਨ। ਹਉ ਕਹਿਤੇ ਜੇ ਕਮਾਏ ਕੈ ਆਨਤ, ਰਾਏ ਬਲਾਰ ਜੀ, ਜੇ ਮੈਂ ਕਿਸੇ ਪਾਸੋਂ ਕੋਈ ਕਮਾਈ ਕਰਕੇ ਘਰੇ ਲਿਆਉਣਾ, ਖੋਵਤ ਹੈ ਨਾ ਵਿਚਾਰ ਕਰਾਹੀ। ਇਹ ਕੋਈ ਸੋਚ ਵਿਚਾਰ ਨਹੀਂ ਕਰਦੇ, ਉਸੇ ਵੇਲੇ ਗੁਆ ਦਿੰਦੇ ਹਨ, ਸਿੱਟ ਦਿੰਦੇ ਕਿਸੇ ਪਾਸੇ ਲਿਜਾ ਕੇ। ਜੋ ਇਸ ਬੈਸ ਸਮਾਨ ਹੁਤੇ, ਦੇਖੋ ਰਾਏ ਬਲਾਰ ਜੀ, ਜਿਹੜੇ ਇਹਦੇ ਬਰਾਬਰ ਦੇ ਉਮਰ ਦੇ ਸਨ, ਘਰ ਘਰ ਸੰਭਾਲ ਲਈ ਸਭ ਤਾਹੀ। ਉਹਨਾਂ ਸਾਰਿਆਂ ਬੱਚਿਆਂ ਨੇ ਆਪਣੇ ਘਰ ਦੇ ਕੰਮ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆ ਹੈ। ਔਰ ਨ ਜਾਣਤ ਕਾਜ ਕਛੂ, ਮੈਂ ਤਾਂ ਸਿੱਧਾ ਹੀ ਕਹਿਣਾ ਵੀ ਹੋਰੇ ਕੋਈ ਕੰਮ ਕਰਨਾ ਜਾਣਦੇ ਹੀ ਨਹੀਂ। ਇਹ ਦੇਵਨ ਕੋ ਸਭ ਤੇ ਸਰਸਾਹੀ। ਕਹਿੰਦੇ ਲੋਕਾਂ ਨੂੰ ਦੇਣ ਵਾਸਤੇ ਸਾਰਿਆਂ ਤੋਂ ਵੱਧ ਦਾਨੀ ਹੈ, ਕਹਿੰਦੇ ਵੱਧ ਸਿਆਣੇ ਹੈ ਦੇਣ ਵਾਸਤੇ। ਖਟ ਨ ਚਾਹਤ ਮੈਂ ਅਬ ਕੀ ਇਹ ਕੀ ਅਬ, ਇਹ ਰਾਏ ਬੁਲਾਰ ਜੀ, ਇਹਦੀ ਜਿਹੜੀ ਖੱਟੀ ਹੈ ਨਾ ਕੀਤੀ, ਮੈਂ ਨਹੀਂ ਕੋਈ ਚਾਹੁੰਦਾ। ਆਪ ਕਮਾਏ ਕਿ ਆਪ ਹੀ ਮੈਂ ਤਾਂ ਖਾਹੀ। ਤੁਹਾਡੇ ਸਾਹਮਣੇ ਸਿੱਧੀ ਗੱਲ ਕਰਦਾ ਵੀ ਆਪੇ ਕਮਾਵੇ ਤੇ ਆਪਣੀ ਕਮਾਈ ਆਪੇ ਹੀ ਖਾਈ ਜਾਏ। ਰਾਏ ਜੀ ਮੋਹਿ ਗੁਨਾਹੇ ਵਿਚਾਰਹੁ, ਇਹ ਰਾਏ ਬੁਲਾਰ ਜੀ, ਤੁਸੀਂ ਵਿਚਾਰੋ ਭਲਾ ਮੇਰਾ ਕੀ ਗੁਨਾਹ ਹੈ, ਕਉ ਲਗ ਹੋਏ ਨਿਵਾਹਕ ਯਾਹੀ। ਇਹਨਾਂ ਦਾ ਮੇਰੇ ਨਾਲ ਕਿਵੇਂ ਨਿਭਾਅ ਹੋਊਗਾ। ਹੋ ਮਰਹੁ ਤਬ ਕਿਉ ਨਿਭ ਹੈ ਜੇ ਅਵਸ, ਭਲਾ ਜਦੋਂ ਮੈਂ ਮਰ ਗਿਆ ਫਿਰ ਭਲਾ ਇਹਦੀ ਕਿਵੇਂ ਨਿਵੇਗੀ। ਬੈਸ ਜੁਬਾਨ ਹਕਾਰ ਕਮਾਹੀ। ਹੁਣ ਤਾਂ ਇਹਦੀ ਜਵਾਨ ਉਮਰ ਹੈ, ਹੁਣ ਵੀ ਇਹ ਕੋਈ ਕੰਮ ਹੀ ਨਹੀਂ ਕਰਦੇ ਹਨ। ਰਾਏ ਬੁਲਾਰ ਵਿਚਾਰ ਕਹੀ, ਉਸ ਵੇਲੇ ਰਾਏ ਬੁਲਾਰ ਨੇ ਸੋਚ ਵਿਚਾਰ ਕੇ ਗੱਲ ਆਖੀ ਹੈ। ਨਿਤਰਾਰ ਹੋਵੈ ਤੁਮਰੇ ਘਰ ਮਾਹੀ। ਕੱਲੂ ਤੁਹਾਡੇ ਘਰ ਦੇ ਵਿੱਚ ਆਪੋ ਵਿੱਚ ਹੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਨਾਨਕ ਕੋ ਅਬ ਧਾਮ ਜਰਾਮ, ਮੈਂ ਤੈਨੂੰ ਕਹਿ ਰਿਹਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਦੇ ਵਿੱਚ ਜੈ ਰਾਮ ਦੇ ਘਰ ਦੇ ਵਿੱਚ ਕਹਿਓ ਮਮ ਮਾਨ ਪਠਾਓ ਤਹਾਹੀ। ਮੇਰਾ ਕਿਹਾ, ਕਹਿੰਦੇ ਤੂੰ ਮੰਨ ਲਾ, ਉੱਥੇ ਇਹਨਾਂ ਨੂੰ ਭੇਜ ਦੇ। ਰਿਸ ਸੋ ਦੁਰਬਾਕ ਕਹੈ ਨਿਤ ਹੀ, ਕਿਉਂਕਿ ਹਮੇਸ਼ਾ ਤੂੰ ਗੁੱਸੇ ਵਿੱਚ ਭਰਿਆ ਹੋਇਆ, ਇਹਨਾਂ ਨੂੰ ਖੋਟੇ ਵਚਨ ਕਹਿਣਾ ਰਹਿਣਾ। ਦੁਖ ਨਾਨਕ ਰੰਜ ਸਦਾ ਘਰ ਮਾਹੀ। ਇਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕਰਕੇ ਤੈਨੂੰ ਦੁੱਖ ਹੈ, ਗੁੱਸਾ ਹੈ, ਹਮੇਸ਼ਾ ਘਰ ਵਿੱਚ। ਨਹਿ ਮੇਲ ਬਨੈ ਤੁਮਰੋ ਉਨਕੋ, ਇਸ ਕਰਕੇ ਕਾਲੂ ਤੇਰਾ ਤੇ ਉਹਨਾਂ ਦਾ ਗੁਰੂ ਨਾਨਕ ਦਾ ਆਪੋ ਵਿੱਚ ਹੀ ਮੇਲ ਜੋਲ ਨਹੀਂ ਬਣ ਸਕਦਾ ਹੈ। ਜਿਮ ਪੂਰਬ ਪੱਛਮ ਦ્વੈ ਨਰ ਉਹ ਤਾਂ ਜਾਹੀ। ਇਉਂ ਨਹੀਂ ਮੇਲ ਸਕਦਾ, ਜਿਵੇਂ ਇੱਕ ਚੜ੍ਹਦੀ ਤਰਫ ਨੂੰ ਜਾ ਰਿਹਾ ਮਨੁੱਖ, ਇੱਕ ਸ਼ਿਵ ਦੀ ਤਰਫ ਨੂੰ ਜਾ ਰਿਹਾ, ਦੋਹਾਂ ਦਾ ਕੀ ਮੇਲ ਹੋਊਗਾ ਬਈ। ਮਨ ਲੋਲ ਪਤਾ ਤਵ ਤਾਹੇ ਉਦਾਰਤ, ਕਹਿੰਦੇ ਤੇਰੇ ਮਨ ਵਿੱਚ ਚੰਚਲਤਾ ਹੀ ਹੈ, ਉਹਨਾਂ ਦਾ ਮਨ ਬੜਾ ਸਖੀ ਦਾਤਾ ਹੈ। ਸੰਤ ਸੁਭਾਏ ਸਦਾ ਕਰੁਨਾਹੀ। ਉਹ ਸੰਤ ਸੁਭਾਅ ਵਾਲੇ ਆ, ਹਮੇਸ਼ਾ ਸਭ ਤੇ ਕਿਰਪਾ ਕਰਦੇ ਆ। ਤੂੰ ਕਹਿੰਦੇ ਕਚੂਸ ਹੈ। ਪੁਨ ਸੇਵਕ ਭੇਜ ਬੁਲਾਏ ਕ ਨਾਨਕ, ਇਸ ਤਰ੍ਹਾਂ ਕਾਲੂ ਨੂੰ ਕਹਿ ਕੇ ਫਿਰ ਆਪਣਾ ਸੇਵਕ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸਦ ਬੁਲਾ ਲਿਆ ਇਸਨੇ। ਪਾਸ ਬਸਾਏ ਕ ਸਾਦਰ ਪ੍ਰਾਹੀ। ਹਾਂ, ਕੋਲ ਬਿਠਾ ਕੇ ਸਰਤਾਰ ਨਾਲਿਓਂ ਰਾਏ ਬੁਲਾਰ ਨੇ ਗੱਲ ਕਹੀ ਹੈ। ਦੋਹਰਾ ਪਤੀਆ ਮੈਂ ਲਿਖ ਦੇ ਇਹ ਹੋ, ਗੁਰੂ ਨਾਨਕ ਸਾਹਿਬ ਜੀ, ਮੈਂ ਆਪਣੇ ਵੱਲੋਂ ਇੱਕ ਚਿੱਠੀ ਲਿਖ ਦੇਣਾ। ਜਾਵੋ ਪੁਰ ਸੁਲਤਾਨ, ਤੁਸੀਂ ਇਹ ਚਿੱਠੀ ਲੈ ਕੇ ਸੁਲਤਾਨਪੁਰ ਨੂੰ ਚਲੇ ਜਾਓ। ਪਹੁੰਚੋਗੇ ਸੋ ਸੁਖ ਪਾਏ ਹੋ। ਉੱਥੇ ਕਹਿੰਦੇ ਸੁਖ ਪਾਓਗੇ, ਜੈ ਰਾਮ ਤੇ ਆਪਣੀ ਭੈਣ ਨਾਲ ਤੁਸੀਂ ਪਰਚ ਜਾਓਗੇ। ਕਾਲੂ ਕਲ ਹੈ ਨਿਦਾਨ, ਲਓ ਜੀ, ਕੱਲ ਹੈ ਵੀ ਤੁਹਾਡੇ ਪਿਓ ਦੀ ਲੜਾਈ ਦਾ ਅੰਤ ਹੋ ਜਾਊਗਾ। ਇਹ ਲੜਾਈ ਮੁੱਕ ਜਾਊਗੀ, ਤੁਸੀਂ ਸੁਖ ਪਾਓਗੇ। ਉਧਰ ਉਹ ਦੋਵੇਂ ਜੀ ਵੀ ਪਰਚ ਜਾਣਗੇ, ਤੁਹਾਡੇ ਜਾਣ ਕਰਕੇ ਸੁਖੀ ਹੋ ਜਾਣਗੇ, ਤੁਹਾਡੀ ਸੇਵਾ ਕਰਕੇ ਲਾਹਾ ਲੈਣਗੇ। ਸੋ ਇਸ ਤਰ੍ਹਾਂ ਇਹ ਰਾਏ ਬੁਲਾਰ ਸਿਆਣੇ ਨੇ ਵਿੱਚ ਪੈ ਕਰਕੇ ਜਿਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਭੇਜਣ ਵਾਸਤੇ ਕਾਲੂ ਜੀ ਨੂੰ ਕਹਿ ਦਿੱਤਾ, ਫਿਰ ਆਪਣੇ ਵੱਲੋਂ ਵੀ ਇੱਕ ਪ੍ਰੇਮ ਭਰੀ ਚਿੱਠੀ ਲੈ ਕੇ ਜਿਹਦੇ ਵਿੱਚ ਜੈ ਰਾਮ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖਿਆ ਦਿੱਤੀ ਵੀ ਇਹ ਕੋਈ ਆਮ ਮਨੁੱਖ ਨਹੀਂ ਹੈ। ਜੇ ਤੂੰ ਇਹਨਾਂ ਦੀ ਸੇਵਾ ਕਰ ਲੇਗਾ, ਜੋ ਚਾਹੇਗਾ ਉਹੀ ਹਾਸਲ ਕਰ ਲਵੇਗਾ। ਸੋ ਜਿਨ੍ਹਾਂ ਦਾ ਉਹ ਅਗਿਆਨ ਦਾ ਪਰਦਾ ਲਾਇਆ, ਉਹ ਜਾਣ ਰਹੇ ਅਗਿਆਨ ਦੀ ਅੱਖ ਨਾਲ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ। ਜਿਨ੍ਹਾਂ ਤੇ ਉਹ ਮਾਇਆ ਦਾ ਗਿਆਨ ਦਾ ਪਰਦਾ ਪਾਇਆ, ਉਹ ਲੜਾਈਆਂ ਪੜਾਈਆਂ ਕਰ ਰਹੇ ਅਗਿਆਨੀ। ਇਸ ਤਰ੍ਹਾਂ ਇਹ ਦੋਵੇਂ ਪੱਖ ਭਾਈ ਬਾਲਾ ਜੀ ਨੇ, ਕਵੀ ਜੀ ਨੇ ਜਨਾ ਦਿੱਤੇ ਨੇ ਕਿ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਉਹ ਸਪਸ਼ਟ ਹੈ ਇਹਨਾਂ ਦੇ ਲਫ਼ਜ਼ਾਂ ਨਾਲ। ਜਿਹੜੇ ਸੰਸਾਰ ਵਿੱਚ ਫਸੇ ਆ, ਮਾਇਆ ਵਿੱਚ ਫਸੇ, ਉਹਨਾਂ ਦਾ ਭਗਤੀ ਕਰਨ ਵਾਲੇ ਭਗਤਾਂ ਨਾਲ ਕਹਿੰਦੇ ਜੋੜ ਮੇਲ ਨਹੀਂ ਹੁੰਦਾ, ਆਪੋ ਵਿੱਚ ਹੀ ਸੰਬੰਧ ਨਹੀਂ ਜੁੜਦੇ।
ਇਹ ਭਗਤ ਰਵਿਦਾਸ ਵੀ ਹੁਣ ਉਹ ਬੈਠੇ ਪੈਰ ਸਿਮਰਨ ਵਿੱਚ ਜੁੜਨ ਵਾਲਾ, ਉਹਦਾ ਪਿਓ ਸੰਤੋਖਾ ਚਮੜੇ ਦਾ ਵਪਾਰੀ, ਠੇਕੇਦਾਰ, ਹੱਡ ਵੇਚਣ ਵਾਲਾ। ਉਹ ਕਹਿੰਦਾ ਰੁਪਈਏ ਇਕੱਠੇ ਕਰਕੇ ਲਿਆ। ਇਹ ਕਹਿੰਦਾ ਮੈਂ ਇਹ ਕਰਨਾ ਨਹੀਂ, ਇਹ ਪਾਪ ਦੀ ਕਮਾਈ। ਇਹ ਆਖਰੀ ਉਹ GT ਰੋਡ ਦੇ ਉੱਪਰ ਬੈਠ ਕੇ ਰਵਿਦਾਸ ਜੀ ਨੇ ਜੋੜੇ ਗੰਢ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਿਆ। ਤੇ ਉਹ ਸੰਤੋਖੇ ਦਾ ਕੋਈ ਨਾਂ ਨਹੀਂ ਲੈਂਦਾ ਹੈ। ਤੇ ਜਿਹੜਾ ਉਹ GT ਰੋਡ ਤੇ ਜੋੜੇ ਗੰਢ ਕੇ ਆਪਣਾ ਨਿਵਾਹ ਕਰ ਗਿਆ, ਉਹਦਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਂ ਹੈ। ਰਵਿਦਾਸ ਢੋਂਤਾ ਢੋਰ ਨੀਤ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਤਰ੍ਹਾਂ ਰਵ ਸਤਕਾਰ ਵਿੱਚ ਉਹ ਭਗਤ ਜੀ ਦੇ ਇਹ ਤੁਕਾਂ ਲਿਖੀਆਂ, ਇਹ ਲਫ਼ਜ਼ ਲਿਖੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਇਸ ਕਰਕੇ ਜਿਹੜੇ ਸੰਸਾਰੀ ਲੋਕ, ਅਗਿਆਨੀ ਲੋਕ, ਉਹਨਾਂ ਦਾ ਵਿਵਹਾਰ ਐਸਾ ਵੈਸਾ ਹੀ ਹੁੰਦਾ ਹੈ। ਜਿਹੜੇ ਕੋਈ ਇਸ ਪਾਸੇ ਚੱਲੇ ਆ, ਉਹਨਾਂ ਨੂੰ ਇਸ ਪਾਸੇ ਤੋਂ ਫਿਰ ਸਾਵਧਾਨ ਰਹਿਣਾ ਸਤੇ ਸਿੱਧੀ ਹੁੰਦਾ। ਉਹ ਉਹਨਾਂ ਦਾ ਅਸਰ ਨਹੀਂ ਕਰਦੇ ਹਨ, ਕਮਲ ਵਾਂਗੂ ਨਿਰਲੇਪ ਰਹਿੰਦੇ ਹਨ। ਸਾਨੂੰ ਇਹ ਸਿੱਖਿਆ ਦੇਣ ਵਾਸਤੇ ਸਾਰਾ ਕੁਝ ਸਤਿਗੁਰੂ ਸਾਹਿਬ ਜੀ ਨੇ ਇਹ ਸਾਰਾ ਕੁਝ ਕੀਤਾ, ਲੀਲਾ ਚੇਸ਼ਟਾ ਜਾ ਕੀਤੀ ਹੈ। ਆਪ ਦਾ ਪਰਮੇਸ਼ਰ ਰੂਪ ਸੀ। ਉਹ ਜਿਵੇਂ ਵੀ ਅੱਗੇ ਇਤਿਹਾਸ ਵਿੱਚ ਪ੍ਰਸੰਗ ਆਏਗਾ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਸੁਣ ਲਵਾਂਗੇ। ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਪਤੀਆ ਮੈਂ ਲਿਖ ਦੇ ਹਾਂ, ਜਾਵੋ ਪੁਰ ਸੁਲਤਾਨ, ਪਰ ਚੌਹਗੇ ਸੁਖ ਪਾਏ ਹੋ, ਕਾਲੂ ਕਲ ਹੈ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।